आफ्टर द यूरिन फॉर्मेशन जो बहुत इंपॉर्टेंट अगे टॉपिक है काउंटर करंट मैकेनिज्म हैगा यूरिन कंसनट्रेशन का मैं हजे तक भी जेकर वाटर अबजॉर्ब किया जा सकता है यूरिन के विचों दी तो वो हुण असीं देखण लगे भी किस तरीके दे नाल कीता जाएगा जदों हुण ये नहीं सोचना हैगा कि फिर तो दोबारा PCT DCT वो विच तां आना ही है पर हुण एंड तक यूरिन कित्थे पहुँच चुका हैगा कलैक्टिंग डक्ट दे कोल पहुँच चुका ओके सो की रोल हैगा इस काउंटर करंट मैकेनिज्म का जिवें बहुत सारे हायर वर्टिब्रेट्स जिहड़े हैगे आ जिवें कि बर्ड्स हो गए मैमल्स हो गए ਵਿੱਚ ਹੀ ਮੈਨ ਅਸੀਂ ਵੀ ਉਹਦੇ ਵਿੱਚ ਹੀ ਆ ਜਾਂਦੇ ਹਾਂ ਸੋ ਸਾਡੇ ਕੋਲ ਇੱਕ ਕਾਊਂਟਰ ਕਰੰਟ ਮੈਕੈਨਿਜ਼ਮ ਹੈ ਤਾਂ ਜੋ ਹਾਈਪਰਟੋਨਿਕ ਯੂਰਿਨ ਜਿਹੜਾ ਹੈਗਾ ਸਕਰੀਟ ਕੀਤਾ ਜਾ ਸਕੇ ਕਿਤੇ ਮਤਲਬ ਬਲੱਡ ਨਾਲੋਂ ਕਿਤੇ ਜ਼ਿਆਦਾ ਦੇਖੋ ਕੰਸਨਟ੍ਰੇਟਡ ਯੂਰਿਨ ਹੈ ਨਾ ਤਾਂ ਜੋ ਵਾਟਰ ਦੇ ਬੋਡੀ ਦਾ ਜਿਹੜਾ ਵਾਟਰ ਹੈ ਉਹਨੂੰ ਕੰਜ਼ਰਵ ਕਰਕੇ ਰੱਖਿਆ ਜਾ ਸਕੇ ਸੋ ਕਾਊਂਟਰ ਕਰੰਟ ਮੈਕੈਨਿਜ਼ਮ ਦੇ ਵਿੱਚ ਤੁਹਾਨੂੰ ਪਤਾ ਕਿ ਦੋ ਮੇਨ ਚੀਜ਼ਾਂ ਆ ਜਾਂਦੀਆਂ ਤੁਹਾਨੂੰ ਮੈਂ ਡਾਇਗਰਾਮ ਵੀ ਦਿਖਾਈ ਸੀ ਹੈਨਲਸ ਲੂਪ ਤੇ ਕਪਿਲਰੀ ਲੂਪ ਜਿਹਨੂੰ ਕਿ ਵੈਸਾ ਰਿਐਕਟਾ ਕਹਿੰਦੇ ਆ ਸੋ ਮੈਂ ਫਿਰ ਤੋਂ ਦੁਬਾਰਾ ਤੁਹਾਨੂੰ ਦੱਸਣ ਲੱਗੀ ਐਕਚੁਅਲੀ ਦੇ ਵਿੱਚ ਇਹ ਵੈਸਾ ਰਿਐਕਟਾ ਕੀ ਸੀਗੀਆਂ ਬੱਚੇ ਬਲੱਡ ਕਪਿਲਰੀਜ਼ ਸੀਗੀਆਂ ਲੂਪ ਆਫ ਹੈਨਲ ਦੇ ਵਿੱਚ ਹੁੰਦੀ ਆ ਲੂਪ ਆਫ ਹੈਨਲ ਹੈ ਨਾ ਹਨਾ ਇਹ ਉਹਦੀ ਡਿਸੈਂਡਿੰਗ ਲਿੰਬ ਹੈ ਇਹ ਉਹਦੀ ਅਸੈਂਡਿੰਗ ਲਿੰਬ ਹੈ ਇਹ ਪੂਰਾ ਨੈਫਰੋਨ ਬਣਾਇਆ ਹੋਇਆ ਹਨਾ ਸੋ ਇਹਦੇ ਅੰਦਰੋਂ ਦੀ ਜਿਹੜੀਆਂ ਬਲੱਡ ਕਪਿਲਰੀਜ਼ ਜਾ ਰਹੀਆਂ ਸੀ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੈਸਾ ਰੈਕਟਮ ਵੈਸ ਰੈਕਟਮ ਵੀ ਕਹਿ ਦਿੰਦੇ ਆ ਤੁਹਾਨੂੰ ਬਾਹਰ ਕੱਢ ਕੇ ਦਿਖਾਇਆ ਹੋਇਆ ਸੋ ਇਹਦਾ ਮਤਲਬ ਕਿ ਇਹਦੇ ਅੰਦਰ ਬਲੱਡ ਸਪਲਾਈ ਹੋ ਰਹੀ ਹੈ ਵੈਸ ਰੈਕਟਮ ਦੇ ਅੰਦਰ ਤੇ ਆ ਜਿਹੜੀ ਲੂਪ ਆਫ ਹੈਨਲ ਹੈਗੀ ਹੈ ਠੀਕ ਹੈ ਜੀ ਸੋ ਇਹਦੇ ਅੰਦਰ ਕਾਹਦੀ ਫਿਲਟਰੇਟ ਦੀ ਸਪਲਾਈ ਹੋ ਰਹੀ ਹੈ ਇੱਥੋਂ ਦੀ ਫਿਲਟਰ ਹੋ ਕੇ ਬਲੱਡ ਵਿੱਚੋਂ ਦੀ ਜੋ ਕੁਛ ਆਇਆ ਉਹ ਇਹਦੇ ਵਿੱਚੋਂ ਦੀ ਜਾ ਰਿਹਾ ਸੋ ਇਹ ਦੋਨੋਂ ਇੱਕ ਦੂਸਰੇ ਦੇ ਨਾਲ ਕਨੈਕਟਡ ਹੈਗੇ ਆ ਵਿੱਚ ਦੇਖੋ ਕਿੰਨਾ ਸਾਰਾ ਮੈਂ ਦੱਸਿਆ ਸੀ ਨਾ ਤੁਹਾਨੂੰ ਇੰਟਰਸਟੀਸ਼ੀਅਲ ਫਲੂਇਡ ਪ੍ਰੈਜ਼ੈਂਟ ਹੈਗਾ ਇਹ ਜਗ੍ਹਾ ਖਾਲੀ ਨਹੀਂ ਹੈ ਹੁਣ ਇਹਦੇ ਅੰਦਰ ਲਿਕੁਇਡ ਭਰਿਆ ਹੋਇਆ ਸਾਰੀ ਇਸ ਜਗ੍ਹਾ ਦੇ ਅੰਦਰ ਇਹ ਕੋਟੈਕਸ ਹਿੱਸਾ ਕਿਡਨੀ ਦਾ ਇਹ ਮੈਡੂਲਾ ਹਿੱਸਾ ਹੈ ਨਾ ਇਹ ਤਾਂ ਗੱਲਾਂ ਤੁਹਾਨੂੰ ਸਮਝ ਆ ਹੀ ਜਾਣੀਆਂ ਚਾਹੀਦੀਆਂ ਸੋ ਦੋਨੋਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ ਗਲੋਮੇਰੂਲਰ ਫਲੂਇਡ ਜਿਹੜਾ ਹੈਗਾ ਹੈਨਸ ਲੂਪ ਦੇ ਵਿੱਚ ਤੇ ਵੈਸਾ ਰੈਕਟਾ ਦੇ ਵਿੱਚ ਜਿਹੜਾ ਬਲੱਡ ਹੈ ਇਹਨੂੰ ਕਾਊਂਟਰ ਕਰੰਟ क्यों कहा जाता क्योंकि बच्चे फिर तो दोबारा मैं दसन लगी हाँ वैसा रैक्टा दे विचों दी ब्लड ठीक है सो ते जिहड़ी दिस हैनल्स रूप है ये आती फिल्ट्रेट ਜਾਂ फिर ग्लोमेरुलर फ्लूइड कह लो कोई गल है दोनों ओपोजिट डायरैक्शन के दोनों जोड़े है दो लिम्स के ओपोजिट डायरैक्शन के फ्लो करते हैं रीनल मैडूला वाले पासे है ना जिदा टुवार्ड्स द डिसेंडिंग लिम है ना तो रीनल कोटैक्स वाले टुवार्ड्स द असेंडिंग लिम्ब वो तो है ही है ठीक है जी डिसेंडिंग लिम्ब हैगी है लूप ऑफ हैनल की वो मैडूला वाले पासे है जी असेंडिंग लिम्ब हैगी है वो कोटैक्स वाले पासे है ना आ देखो ਇਹ ਡਿਸੈਂਡਿੰਗ ਲਿੰਬ ਹੈ ਇੱਥੋਂ ਦੀ ਠੀਕ ਹੈ ਜਿਹੜਾ ਬਲੱਡ ਹੈਗਾ ਆ ਰਿਹਾ ਉੱਪਰ ਨੂੰ ਜਾ ਰਿਹਾ ਇਸੇ ਤਰੀਕੇ ਦੇ ਨਾਲ ਫਿਲਟਰੇਟ ਜਿਹੜਾ ਹੈਗਾ ਠੀਕ ਹੈ ਸੋ ਡਿਸੈਂਡਿੰਗ ਲਿੰਬ ਦੇ ਵਿੱਚ ਥੱਲੇ ਨੂੰ ਆ ਰਿਹਾ ਤੇ ਅਸੈਂਡਿੰਗ ਲਿੰਬ ਦੇ ਵਿੱਚ ਉੱਪਰ ਨੂੰ ਜਾ ਰਿਹਾ ਇਹ ਤਾਂ ਹੈ ਹੀ ਹੈ ਪਰ ਇਹਦੇ 'ਚ ਬਲੱਡ ਤੇ ਇਹਦੇ ਅੰਦਰ ਫਿਲਟਰੇਟ ਠੀਕ ਹੈ ਗਲੋਮੇਰੂਲਰ ਫਿਲਟਰੇਟ ਜਾਂ ਗਲੋਮੇਰੂਲਰ ਫਲੂਇਡ ਇਹ ਦੋਨੋਂ ਓਪੋਜ਼ਿਟ ਡਾਇਰੈਕਸ਼ਨ 'ਚ ਫਲੋ ਕਰਦੇ ਆ ਇਸ ਕਰਕੇ ਇਹਨੂੰ ਕਾਊਂਟਰ ਕਰੰਟ ਸਿਸਟਮ ਕਿਹਾ ਜਾਂਦਾ ਓਕੇ ਹੁਣ ਅਸੀਂ ਡਿਟੇਲ ਦੇ ਵਿੱਚ ਪੜ੍ਹਨ ਲੱਗੇ ਹਾਂ ਇਹਦਾ ਮਤਲਬ ਕਿ ਇਹਦੇ 'ਚ ਦੋ ਹੀ ਪਾਰਟਸ ਪੜ੍ਹਨੇ ਆ ਇੱਕ ਹੈਨਲਸ ਲੂਪ ਪੜ੍ਹਨੀ ਹੈ ਤੇ ਇੱਕ ਵੈਸ ਰੈਕਟਮ ਪੜ੍ਹਨਾ ਹੈ ਹੁਣ ਗੱਲ ਸਮਝ ਆ ਗਈ ਤੁਹਾਨੂੰ ਇਹਦੇ 'ਚ ਸਾਰੀ ਬਲੱਡ ਸਪਲਾਈ ਹੈ ਇਹਦੇ ਅੰਦਰ ਫਿਲਟਰੇਟ ਹੈ ਸੋ ਹੈਨਲਸ ਲੂਪ ਦੇ ਵਿੱਚ ਸਭ ਤੋਂ ਪਹਿਲਾਂ ਫਿਲਟਰੇਟ ਜਿਹੜਾ ਹੈਗਾ ਉਹ ਅਸੈਂਡਿੰਗ ਲਿੰਬ ਦੇ ਵਿੱਚੋਂ ਦੀ ਪਾਸ ਕਰ ਜਾਂਦਾ है ना हैनल की असेंडिंग लिंब के विचों जो पास कर जाता ठीक है सो एक ही कर दिंदा रीनल मैडूला के हिस्से के विचों दी सोडियम क्लोराइड जिहड़ा हैगा डिफ्यूजन प्रोसैस के द्वारा ठीक है लूप ऑफ हैनल के नैरो रीजन के विचों दी ठीक है सो सोडियम क्लोराइड जिहड़ा हैगा वो निकल के कित्थे आ जाता इस इंटरस्टीशियल फ्लूइड च चला जाता आ इत्थे भी है इत्थे चला जाता ठीक है सोडियम आयन क्लोराइड आयनस जिहड़े हैगे आ ठीक है सो इहदा जिहड़ा वाइड रीजन हैगा है ना आ देखो लेबल की हुई है सोडियम आयनस क्लोराइड आयनस देखो ये आयनस है ठीक है ये जो तुम एरो शो किए हुए ना कितने डार्क ब्लैक एरो कितने डॉटड पिंक एरो समझते पे हो तो कितने मोटे ग्रे कलर के एरो वो एक्चुअली की शो करते पे प्रोसैसिस ठीक है जी डार्क ब्लैक कलर का एरो जोड़ा है वो दसदा पे डिफ्यूजन डॉटड एरो जोड़ा है तुहानूं दसदा पिया ओसमोसिस ते मोटा एरो जोड़ा है तुहानूं दसदा पिया किहड़ी प्रोसैस एक्टिव ट्रांसपोर्ट ओके ठीक है सो तीन प्रोसैसिस की हैल्प के नाल आयनस वाटर अंदर बाहर मूव कर रहे हैं है ना सो मैं एक गल की समझाई इत्थे कि हैनल्स लूप का ठीक है जो नैरो हिस्सा हैगा ना वो कौन पास आउट हो रहे हैं बाहर फ्लूइड के जा रहे हैं सोडियम क्लोराइड तो सोडियम आयनस ते क्लोराइड आयनस जिहड़े हैगे वो एक्टिव ट्रांसपोर्ट के द्वारा कित्थों दी बाहर जा रहे हैं वाइटर रीजन तो बाहर जा रहे हैं लूप ऑफ हैनल दे ये सारा कित्थे हो रहा लूप ऑफ हैनल दे विच हो रहा ओके अच्छा जदों की हो गया कि इंटरस्टीशियल फ्लूइड दे विच हुण बचे जदों साल्ट चले गए ये मतलब वो अंदर सल्यूट की कंसनट्रेशन बहुत ज़्यादा वध गई है ना सो उन्होंने की किया हुण जदों देखो जिद्दां मैं तुहानूं समझाया होया भी ओसमोसिस दे विच जिद्दां मैं तुहानूं एक बार एग्जांपल दित्ती सी कि तुहाडे मदर ने खीरे नूं थोड़ी देर वास्ते पिया रहन दित्ता नमक लग्या रहा है ना
ਸੋ ਨਮਕ ਦੀ ਕੰਸੈਂਟਰੇਸ਼ਨ ਖੀਰੇ ਦੇ ਵਿੱਚ ਵੱਧ ਗਈ ਹੈ ਨਾ, ਸੋ ਖੀਰੇ ਦੇ ਵਿੱਚੋਂ ਦੀ ਕੀ ਹੈ, ਨਮਕ ਨੇ ਪਾਣੀ ਬਾਹਰ ਕੱਢ ਦਿੱਤਾ, ਠੀਕ ਹੈ ਨਾ। ਸੋ ਖੀਰੇ ਲੂਜ਼ ਹੋ ਜਾਂਦੇ। ਇਸੇ ਤਰੀਕੇ ਦੇ ਨਾਲ ਹੁਣ ਇੰਟਰਸਟੀਸ਼ੀਅਲ ਫਲੂਇਡ ਦੇ ਵਿੱਚ ਸੋਲਿਊਟ ਦੀ ਕੰਸੈਂਟਰੇਸ਼ਨ, ਸੋਡੀਅਮ ਕਲੋਰਾਈਡ ਦੀ ਕੰਸੈਂਟਰੇਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਇਸ ਕਰਕੇ ਕੀ ਹੋਣਾ, ਉਹਦੀ ਜਿਹੜੀ ਡਿਸੈਂਡਿੰਗ ਲਿੰਬ ਹੈਗੀ ਆ ਨਾ ਲੂਪ ਆਫ ਐਨਲ ਦੀ, ਉਹਦੇ ਵਿੱਚੋਂ ਦੀ ਵਾਟਰ ਜਿਹੜਾ ਹੈਗਾ, ਠੀਕ ਹੈ, ਸੋ ਓਸਮੋਸਿਸ ਦੀ ਪ੍ਰੋਸੈਸ ਦੇ ਦੁਆਰਾ, ਸਮਝਦੇ ਪਿਓ, ਕਲੈਕਟਿੰਗ ਡਕਟ ਦੇ ਵਿੱਚੋਂ ਦੀ ਓਸਮੋਸਿਸ ਦੀ ਪ੍ਰੋਸੈਸ ਦੇ ਦੁਆਰਾ ਵਾਟਰ ਫਿਰ ਤੋਂ ਦੁਬਾਰਾ ਖਿੱਚ ਲਿਆ ਜਾਣਾ, ਕਿਹਦੇ ਦੁਆਰਾ, ਇੰਟਰਸਟੀਸ਼ੀਅਲ ਫਲੂਇਡ ਦੇ ਦੁਆਰਾ। ਇਸ ਤਰੀਕੇ ਦੇ ਨਾਲ ਜਿਹੜਾ ਵਾਟਰ, ਠੀਕ ਹੈ ਜੀ, ਸੋ ਇੰਟਰਸਟੀਸ਼ੀਅਲ ਫਲੂਇਡ ਨੇ ਆਪਣੇ ਵੱਲ ਖਿੱਚਿਆ ਨਾ, ਹੈ ਨਾ, ਇਹਦੀ ਅਸੈਂਡਿੰਗ ਲਿੰਬ ਦੇ ਵਿੱਚੋਂ ਦੀ ਨਿਕਾਲਿਆ, ਡਿਸੈਂਡਿੰਗ ਲਿੰਬ ਦੇ ਵਿੱਚੋਂ ਦੀ ਨਿਕਾਲਿਆ, ਅਤੇ ਕਲੈਕਟਿੰਗ ਡਕਟ ਦੇ ਵਿੱਚੋਂ ਦੀ ਨਿਕਾਲਿਆ, ਉਹ ਦਵਾ ਦਵ ਕਿੱਥੇ ਚਲਾ ਜਾਣਾ, ਵੈਸਾ ਰਿਐਕਟਾ ਦੇ ਕੋਲ ਚਲਾ ਜਾਣਾ, ਉੱਥੋਂ ਦੀ ਫਿਰ ਪੂਰੀ ਬੋਡੀ ਦੇ ਵਿੱਚ ਚਲਾ ਜਾਣਾ। ਇਸ ਤਰੀਕੇ ਦੇ ਨਾਲ ਹਾਈ ਕੰਸਨਟ੍ਰੇਸ਼ਨ ਜਿਹੜੀ ਹੈਗੀ ਹੈ ਸਲੂਟਸ ਦੀ, ਹੈ ਨਾ, ਇੰਟਰਸਟੀਸ਼ੀਅਲ ਫਲੂਇਡ ਜਿਹੜਾ ਕਿ ਲੂਪ ਆਫ ਐਨਲ ਦੇ ਵਿਚਕਾਰ ਹੈ, ਕਲੈਕਟਿੰਗ ਡਕਟ ਦੇ ਵਿਚਕਾਰ ਹੈ, ਉਹ ਹੈਲਪ ਕਰਦੇ ਹੈਗੇ ਆ, ਹੈ ਨਾ। ਆਈਸੋਟੋਨਿਕ ਜਿਹੜਾ ਗਲੋਮੇਰੂਲਰ ਫਿਲਟਰੇਟ ਹੈਗਾ, ਉਹਨੂੰ ਕਾਹਦੇ ਵਿੱਚ ਬਦਲ ਦਿੱਤਾ ਜਾਂਦਾ, ਹਾਈਪਰਟੋਨਿਕ ਯੂਰਿਨ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ। ਸੋ ਕਲੈਕਟਿੰਗ ਡਕਟ ਦੇ ਵਿੱਚੋਂ ਦੀ ਯੂਰਿਨ ਜਿਹੜਾ ਪਾਸ ਆਊਟ ਹੋ ਰਿਹਾ, ਉਹ ਉਨਾ ਹੀ ਕੰਸਨਟ੍ਰੇਟਿਡ ਹੈ ਜਿੰਨਾ ਕਿ ਉੱਥੇ ਪਿਆ ਹੋਇਆ, ਮੈਡੂਲਾ ਦੇ ਅੰਦਰ ਪਿਆ ਹੋਇਆ ਇੰਟਰਸਟੀਸ਼ੀਅਲ ਫਲੂਇਡ। ਇਹ ਬਲੱਡ ਦੇ ਪਲਾਜ਼ਮਾ ਨਾਲੋਂ ਵੀ ਕਿਤੇ ਜ਼ਿਆਦਾ ਕੰਸਨਟ੍ਰੇਟਿਡ ਹੁੰਦਾ, ਤਕਰੀਬਨ 4 ਟਾਈਮਸ ਕੰਸਨਟ੍ਰੇਟਿਡ ਹੁੰਦਾ। ਇਹ ਸਾਰਾ ਤੁਹਾਨੂੰ ਦੱਸ ਦਿੱਤਾ ਲੂਪ ਆਫ ਹੈਨਲ ਦੇ ਬਾਰੇ ਦੇ ਵਿੱਚ। ਓਕੇ, ਸੋ ਕੋਈ ਐਸੀ ਗੱਲ ਨਹੀਂ, ਬਹੁਤ ਹੀ ਇੰਟਰਸਟਿੰਗ ਟੋਪਿਕ ਹੈਗੇ ਆ, ਪਰ ਇਹ ਤੁਸੀਂ ਕਦੀ ਇੰਨੀ ਜ਼ਿਆਦਾ ਡਿਟੇਲ ਸੁਣੀ ਨਹੀਂ ਹੈ। ਅੱਗੇ ਤੁਹਾਡੇ ਕੋਲ ਬੱਚੇ ਆ ਜਾਂਦਾ ਵੈਸ ਰੈਕਟਮ। ਹੁਣ ਕੀ ਹੈ, ਐਂਡੋਥੀਲੀਅਲ ਸੈਲਸ ਹੈਗੇ ਨੇ, ਠੀਕ ਹੈ, ਜਿਹੜੇ ਕਿ ਵਾਲ, ਵੈਸਾ ਰੈਕਟਰ ਦੀ ਜਿਹੜੀ ਵਾਲਸ ਆ ਉਹਦੀ ਲਾਈਨਿੰਗ ਬਣਾਉਂਦੇ ਆ। ਇਹ ਵੀ ਵਾਟਰ, ਯੂਰੀਆ, ਆਇਨਸ ਦੇ ਲਈ ਪਰਮੀਏਬਲ ਹੈਗੇ ਆ, ਹੈ ਨਾ। ਸੋ ਜਿੱਦਾਂ ਹੀ ਵਾਟਰ ਜਿਹੜਾ ਹੈਗਾ, ਠੀਕ ਹੈ, ਸੋ ਡਿਸੈਂਡਿੰਗ ਕਪਿਲਰੀ, ਇੱਥੇ ਆਹ ਹੈ ਡਿਸੈਂਡਿੰਗ ਕਪਿਲਰੀ, ਵੈਸਾ ਰੈਕਟਾ ਕਿਉਂਕਿ ਕੀ ਹੈਗੀਆਂ ਨੇ, ਕੁਛ ਵੀ ਨਹੀਂ, ਇਹ ਬਲੱਡ ਕਪਿਲਰੀਜ਼ ਹੈਗੀਆਂ ਨੇ। ਸੋ ਇਹਦੀ ਵੀ ਇਹ ਡਿਸੈਂਡਿੰਗ ਕਪਿਲਰੀ ਹੈ, ਇਹਦੀ ਇਹ ਅਸੈਂਡਿੰਗ ਕਪਿਲਰੀ ਹੈਗੀ ਹੈ ਨਾ, ਠੀਕ ਹੈ। ਸੋ ਵੈਸਾ ਰੈਕਟਾ ਦੀ ਜਿਹੜੀ ਵਾਲ ਹੈ, ਉਹਦੇ ਅੰਦਰ ਜਿਹੜੇ ਐਂਡੋਥੀਲੀਅਲ ਸੈਲਸ ਹੈਗੇ ਆ, ਉਹ ਆਇਨਸ, ਵਾਟਰ ਅਤੇ ਯੂਰੀਆ ਦੇ ਲਈ ਪਰਮੀਏਬਲ ਹੈ। ਹੁਣ ਮੈਨੂੰ ਬਾਰ-ਬਾਰ ਨਾ ਦੱਸਣਾ ਪਵੇ ਪਰਮੀਏਬਲ ਦਾ ਮਤਲਬ ਕੀ ਹੈ। ਜਿੱਦਾਂ ਹੀ ਡਿਸੈਂਡਿੰਗ ਕਪਿਲਰੀ ਦੇ ਵਿੱਚੋਂ ਦੀ ਬਲੱਡ ਜਿਹੜਾ ਹੈਗਾ ਫਲੋ ਕਰਦਾ ਹੈਗਾ, ਰੀਨਲ ਮੈਡੂਲਾ ਵੱਲ ਚਲਾ ਜਾਂਦਾ ਹੈਗਾ, ਤਾਂ ਕੀ ਹੈ ਕਿ ਬਲੱਡ ਪਲਾਜ਼ਮਾ ਦੇ ਵਿੱਚੋਂ ਦੀ ਓਸਮੋਸਿਸ ਦੀ ਪ੍ਰੋਸੈਸ ਦੇ ਦੁਆਰਾ ਵਾਟਰ ਡਰਾ ਕਰ ਲਿਆ ਜਾਂਦਾ, ਠੀਕ ਹੈ, ਕਿਉਂਕਿ ਇੰਟਰਸਟੀਸ਼ੀਅਲ ਫਲੂਇਡ ਜਿਹੜਾ ਹੈਗਾ ਫਿਰ ਉਹਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਹੈਗੀ ਆ। ਸੋਡੀਅਮ ਕਲੋਰਾਈਡ, ਆਇਨਸ, ਯੂਰੀਆ ਵਗੈਰਾ ਜਿਹੜੇ ਹੈਗੇ ਆ, ਉਹ ਪਲਾਜ਼ਮਾ ਦੇ ਵਿੱਚ ਐਂਟਰ ਕਰ ਜਾਂਦੇ ਡਿਫਿਊਜ਼ਨ ਪ੍ਰੋਸੈਸ ਦੇ ਦੁਆਰਾ। ਗੱਲ ਨੂੰ ਸਮਝਦੇ ਪਿਓ ਨਾ, ਠੀਕ ਹੈ। ਸੋ ਕਿਤੇ ਕੀ ਹੈ, ਇੰਟਰਸਟੀਸ਼ੀਅਲ ਫਲੂਇਡ ਜਿਹੜਾ ਹੈਗਾ, ਠੀਕ ਹੈ, ਉਹ ਵਾਟਰ ਆਪਣੇ ਅੰਦਰ ਖਿੱਚ ਲੈਂਦਾ, ਠੀਕ ਹੈ ਨਾ। ਸੋ ਇਹਦੇ ਅੰਦਰ ਤਾਂ ਬਲੱਡ ਸਪਲਾਈ ਹੋ ਰਹੀ ਹੈ, ਠੀਕ ਹੈ। ਸੋ ਯੂਰਿਨ ਤਾਂ ਫਿਲਟਰੇਟ ਤੋਂ ਬਣਨਾ ਹੈਗਾ, ਇਹਦੇ ਅੰਦਰ ਤਾਂ ਬਲੱਡ ਸਪਲਾਈ ਹੈ ਨਾ, ਸਮਝਦੇ ਪਿਓ, ਠੀਕ ਹੈ। ਸੋ ਰੀਨਲ ਮੈਡੂਲਾ ਦੇ ਅੰਦਰ ਕੀ ਹੈ, ਠੀਕ ਹੈ, ਸੋ ਵਾਟਰ ਜਿਹੜਾ ਹੈਗਾ ਬਲੱਡ ਦੇ ਵਿੱਚੋਂ ਦੀ, ਬਲੱਡ ਪਲਾਜ਼ਮਾ ਦੇ ਵਿੱਚੋਂ ਡਰਾ ਕਰ ਲਿਆ ਜਾਂਦਾ ਓਸਮੋਸਿਸ ਪ੍ਰੋਸੈਸ ਦੇ ਦੁਆਰਾ, ਠੀਕ ਹੈ, ਕਿਉਂਕਿ ਇੰਟਰਸਟੀਸ਼ੀਅਲ ਫਲੂਇਡ ਦੀ ਕੰਸਨਟ੍ਰੇਸ਼ਨ ਵੱਧ ਗਈ ਹੈ, ਸਮਝਦੇ ਪਏ। ਸੋ ਇਸ ਬਲੱਡ ਦੇ ਵਿੱਚੋਂ ਦੀ ਵੀ ਇੰਟਰਸਟੀਸ਼ੀਅਲ ਫਲੂਇਡ 'ਚ ਚਲਾ ਜਾਂਦਾ ਹੈਗਾ ਵਾਟਰ। ਸੋਡੀਅਮ ਆਇਨ, ਕਲੋਰਾਈਡ ਆਇਨਸ ਜਿਹੜੇ ਹੈਗੇ ਆ, ਉਹ ਵੀ ਬਲੱਡ ਦੇ ਪਲਾਜ਼ਮਾ ਦੇ ਵਿੱਚ ਐਂਟਰ ਕਰ ਜਾਂਦੇ ਆ, ਠੀਕ ਹੈ ਜੀ। ਵਾਟਰ ਇੰਟਰਸਟੀਸ਼ੀਅਲ ਫਲੂਇਡ 'ਚ ਐਂਟਰ ਕਰ ਜਾਂਦਾ, ਠੀਕ ਹੈ, ਅਤੇ ਸੋਡੀਅਮ ਆਇਨ ਅਤੇ ਕਲੋਰਾਈਡ ਆਇਨ ਜਿਹੜੇ ਹੈਗੇ ਆ, ਯੂਰੀਆ ਵਗੈਰਾ, ਉਹ ਬਲੱਡ ਦੇ ਪਲਾਜ਼ਮਾ ਦੇ ਵਿੱਚ ਐਂਟਰ ਕਰ ਜਾਂਦੇ ਆ। ਜਿੱਦਾਂ ਹੀ ਬਲੱਡ ਜਿਹੜਾ ਹੈਗਾ, ਠੀਕ ਹੈ, ਫਿਰ ਫਲੋ ਕਰਦਾ ਹੈਗਾ ਅਸੈਂਡਿੰਗ ਕਪਿਲਰੀ 'ਚ, ਆਹ ਵਾਲੀ ਇਹ ਡਿਸੈਂਡਿੰਗ 'ਚ ਹੋ ਗਿਆ ਨਾ, ਠੀਕ ਹੈ। ਜਿੱਦਾਂ ਬਲੱਡ ਜਿਹੜਾ ਹੈਗਾ ਫਲੋ ਕਰਦਾ ਅਸੈਂਡਿੰਗ ਕਪਿਲਰੀ ਦੇ ਵਿੱਚੋਂ ਦੀ ਨੈਚੁਰਲੀ ਕਿੱਧਰ ਵਾਲੇ ਪਾਸੇ ਨੂੰ, ਕੋਰਟੈਕਸ ਰੀਜਨ ਵਾਲੇ ਪਾਸੇ ਨੂੰ, ਤਾਂ ਰਿਵਰਸ ਹੋਏਗਾ। ਕੀ ਮਤਲਬ, ਠੀਕ ਹੈ। ਹੁਣ ਵਾਟਰ ਜਿਹੜਾ ਹੈਗਾ ਪਲਾਜ਼ਮਾ ਦੇ ਵਿੱਚ ਐਂਟਰ ਕਰੇਗਾ, ਅਤੇ ਸੋਡੀਅਮ ਅਤੇ ਕਲੋਰਾਈਡ ਐਂਡ ਅਤੇ ਯੂਰੀਆ ਵਗੈਰਾ ਜਿਹੜੇ ਹੈਗੇ ਆ, ਇਹਨੂੰ ਛੱਡ ਦੇਣਗੇ, ਠੀਕ ਹੈ। ਸੋ ਕਿੱਧਰ ਵਾਲੇ ਪਾਸੇ ਨੂੰ ਚਲੇ ਜਾਣਗੇ, ਇੰਟਰਸਟੀਸ਼ੀਅਲ ਫਲੂਇਡ ਦੇ ਵਿੱਚ ਚਲੇ ਜਾਣਗੇ, ਉਲਟ ਹੋ ਜਾਣਾ, ਸਮਝਦੇ ਪਿਓ। ਜਦੋਂ ਬਲੱਡ ਡਿਸੈਂਡਿੰਗ ਲਿੰਬ ਦੇ ਵਿੱਚ ਸੀਗਾ, ਅਤੇ ਵਾਟਰ ਇੱਧਰ ਗਿਆ ਸੀ, ਅਤੇ ਸੋਡੀਅਮ ਆਇਨ, ਕਲੋਰਾਈਡ, ਆਹ ਦੇਖੋ ਆ ਵਾਟਰ ਬਾਹਰ ਨਿਕਲ ਰਿਹਾ ਸੀ, ਸੋਡੀਅਮ ਆਇਨ, ਕਲੋਰਾਈਡ ਆਇਨ ਜਿਹੜੇ ਹੈਗੇ ਆ, ਯੂਰੀਆ ਜਿਹੜੇ ਹੈਗੇ ਆ, ਉਹ ਬਲੱਡ ਦੇ ਵਿੱਚ ਐਂਟਰ ਕਰਦੇ ਪਏ ਸੀ। ਜਦੋਂ ਬਲੱਡ ਅਸੈਂਡਿੰਗ ਲਿੰਬ ਦੇ ਵਿੱਚ ਗਿਆ, ਤਾਂ ਫਿਰ ਕੀ ਆ, ਠੀਕ ਹੈ, ਇੰਟਰਸਟੀਸ਼ੀਅਲ ਫਲੂਇਡ ਤੋਂ ਬਲੱਡ ਨੇ ਆਪਣੇ ਅੰਦਰ ਵਾਟਰ ਲੈ ਲਿਆ, ਅਤੇ ਕੀ ਬਾਹਰ ਕੱਢ ਦਿੱਤੇ, ਸੋਡੀਅਮ, ਯੂਰੀਆ, ਸੋਡੀਅਮ ਆਇਨਸ, ਕਲੋਰਾਈਡ ਆਇਨਸ ਅਤੇ ਯੂਰੀਆ, ਠੀਕ ਹੈ ਜੀ। ਇਸ ਤਰੀਕੇ ਦੇ ਨਾਲ ਜਿਹੜੀ ਕਾਊਂਟਰ ਕਰੰਟ ਐਕਸਚੇਂਜ ਹੋਈ ਹੈ ਵੈਸਾ ਰਿਐਕਟਾਂ ਦੇ ਵਿੱਚ, ਕਾਊਂਟਰ ਕਰੰਟ ਐਕਸਚੇਂਜ ਹੋਈ ਹੈ ਨਾ, ਹੋਈ ਹੈ, ਠੀਕ ਹੈ। ਵੀ ਇੱਕ ਲਿੰਬ ਦੇ ਵਿੱਚ ਵਾਟਰ ਬਾਹਰ ਨਿਕਲਿਆ, ਅਤੇ ਸੋਡੀਅਮ ਅਤੇ ਕਲੋਰਾਈਡ ਆਇਨ ਅਤੇ ਯੂਰੀਆ ਐਂਟਰ ਕੀਤੇ। ਦੂਸਰੀ ਜਿਹੜੀ ਲਿੰਬ ਸੀਗੀ, ਉਹਦੇ ਵਿੱਚ ਵਾਟਰ ਐਂਟਰ ਹੋਇਆ, ਅਤੇ ਬਾਕੀ ਸਾਰੇ ਜਿਹੜੇ ਯੂਰੀਆ, ਸੋਡੀਅਮ ਆਇਨ ਅਤੇ ਕਲੋਰਾਈਡ ਆਇਨ ਜਿਹੜੇ ਹੈਗੇ ਆ, ਉਹ ਬਾਹਰ ਨਿਕਲੇ। ਇਹ ਜੋ ਕਾਊਂਟਰ ਕਰੰਟ ਐਕਸਚੇਂਜ ਹੋ ਰਹੀ ਹੈ, ਇਹਦੇ ਨਾਲ ਕੀ ਹੈ, ਇਹ ਕੀ ਕਰਦੀ ਹੈ, ਲੋਸ ਨੂੰ ਰੋਕਦੀ ਹੈ, ਹੈ ਨਾ। ਸੋਡੀਅਮ ਆਇਨ ਅਤੇ ਕਲੋਰਾਈਡ ਆਇਨਸ ਦੀ ਕਿ ਕਿਤੇ ਰੀਨਲ ਮੈਡੂਲਾ ਤੋਂ ਕਿਤੇ ਉਹ ਚਲੇ ਨਾ ਜਾਣ, ਸੋਡੀਅਮ ਅਤੇ ਕਲੋਰਾਈਡ ਉੱਥੇ ਹੀ ਰਹਿਣ। ਕੰਸਨਟ੍ਰੇਸ਼ਨ ਗ੍ਰੇਡੀਐਂਟ ਮੇਨਟੇਨ ਕਰਕੇ ਰੱਖਿਆ ਜਾਂਦਾ ਮੈਡੂਲਾ ਹਿੱਸੇ ਦੇ ਵਿੱਚ, ਠੀਕ ਹੈ। ਆਇਨਸ ਦੀ ਕੰਸਨਟ੍ਰੇਸ਼ਨ ਮੇਨਟੇਨ
ਮੇਨਟੇਨ ਕਰਕੇ ਰੱਖੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਲੂਪ ਆਫ ਹੈਨਲ ਦੇ ਦੁਆਰਾ, ਠੀਕ ਹੈ। ਸੋ ਜਿਹੜੀਆਂ ਕੰਸਨਟਰੇਟ ਕੀਤਾ ਜਾਂਦਾ ਯੂਰੀਨ ਨੂੰ ਬਹੁਤ ਜ਼ਿਆਦਾ। ਇਸੇ ਤਰੀਕੇ ਦੇ ਨਾਲ ਕਈ ਵਾਰੀ ਕਲੈਕਟਿੰਗ ਡਕਟ ਜਿਹੜੀ ਹੈ ਨਾ, ਉਹਦੇ ਵੀ ਲਾਸਟ ਹਿੱਸੇ ਦੇ ਵਿੱਚੋਂ ਦੀ ਯੂਰੀਆ ਜਿਹੜਾ ਹੈਗਾ ਨਾ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਇੰਟਰਸਟੀਸ਼ਲ ਫਲੂਇਡ ਦੇ ਵਿੱਚ ਚਲਾ ਜਾਂਦਾ, ਤਾਂ ਜੋ ਇਹਦੀ ਵਾਟਰ ਨੂੰ ਰੀਅਬਜ਼ੋਰਬ ਕਰਨ ਦੀ ਜਿਹੜੀ ਕਪੈਸਿਟੀ ਹੈ ਨਾ ਹੋਰ ਵੀ ਜ਼ਿਆਦਾ ਮੇਨਟੇਨ ਕੀਤੀ ਜਾ ਸਕੇ, ਤਾਂ ਜੋ ਜਿੰਨਾ ਜ਼ਿਆਦਾ ਵਾਟਰ ਜਿਹੜਾ ਹੈਗਾ ਲੂਪ ਆਫ ਹੈਨਲ ਅਤੇ ਕਲੈਕਟਿੰਗ ਡਕਟ ਦੇ ਵਿੱਚੋਂ ਦੀ ਐਬਜ਼ੋਰਬ ਕੀਤਾ ਜਾ ਸਕੇ ਉਨਾ ਕਰ ਲਿਆ ਜਾਏ। ਇਸ ਕਰਕੇ ਥੋੜ੍ਹਾ ਬਹੁਤਾ ਯੂਰੀਆ ਜਿਹੜਾ ਹੈਗਾ ਨਾ ਕਲੈਕਟਿੰਗ ਡਕਟ ਤੋਂ ਇੰਟਰਸਟੀਸ਼ਲ ਫਲੂਇਡ 'ਚ ਚਲਾ ਜਾਂਦਾ। ਇਸ ਤਰੀਕੇ ਦੇ ਨਾਲ, ਠੀਕ ਹੈ, ਕਾਊਂਟਰ ਕਰੰਟ ਮੈਕੈਨਿਜ਼ਮ ਜਿਹੜਾ ਹੈਗਾ ਹੈਨਲਜ਼ ਲੂਪ ਅਤੇ ਵੈਸਾ ਰਿਐਕਟਾ ਦੇ ਵਿੱਚ ਐਕਟ ਕੀਤਾ, ਤਾਂ ਜੋ ਯੂਰੀਨ ਨੂੰ ਕੰਸਨਟਰੇਟ ਕੀਤਾ ਜਾ ਸਕੇ, ਮੇਨਟੇਨ ਕੀਤੀਆਂ ਜਾ ਸਕਣ ਹਾਈ ਸਾਲਟ ਕੰਸਨਟ੍ਰੇਸ਼ਨ ਨੈਫਰੋਨ ਦੇ ਆਲੇ ਦੁਆਲੇ, ਕਲੈਕਟਿੰਗ ਡਕਟ ਦੇ ਆਲੇ ਦੁਆਲੇ। ਤਾਂ ਕਿਉਂ ਕਰਨਾ ਹੈਗਾ ਹਾਈਪਰਟੋਨਿਕ ਯੂਰੀਨ, ਕਿਉਂ ਸਕਰੀਟ ਕਰਨਾ ਹੈਗਾ, ਠੀਕ ਹੈ ਜੀ। ਸੋ ਤਾਂ ਜੋ ਬੋਡੀ ਦਾ ਵਾਟਰ ਕੰਜ਼ਰਵ ਕੀਤਾ ਜਾ ਸਕੇ। ਅੱਗੇ ਤੁਹਾਡੇ ਕੋਲ ਆ ਗਿਆ ਯੂਰੀਨ। ਸੋ ਫਲੂਇਡ ਡਿਜ਼ੋਲਵਡ ਵੇਸਟਸ, ਨਾ ਵੇਸਟ ਸਬਸਟੈਂਸਿਸ ਜਿਹੜੇ ਕਿ ਕਿਡਨੀ ਐਕਸਕਰੀਟ ਕਰਦੀ ਆ, ਉਹਨੂੰ ਅਸੀਂ ਯੂਰੀਨ ਕਹਿ ਦਿੰਦੇ ਹਾਂ। ਜੋ ਵੀ ਲਿਕੁਇਡ ਨਿਕਲਿਆ ਹੈਗਾ ਉਹਦੇ ਅੰਦਰ ਡਿਜ਼ੋਲਵਡ ਵੇਸਟ ਜਿਹੜੀ ਸੀਗੀ ਉਹ ਬਾਹਰ ਨਿਕਲੀ ਆ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਯੂਰੀਨ। ਕੁਆਂਟਿਟੀ, ਇੱਕ ਅਡਲਟ ਨੋਰਮਲ ਮੈਨ ਜਿਹੜਾ ਹੈਗਾ 1 to 1.8 ਲੀਟਰ ਜਿਹੜਾ ਹੈਗਾ ਯੂਰੀਨ 24 ਘੰਟਿਆਂ ਦੇ ਵਿੱਚ ਪ੍ਰੋਡਿਊਸ ਕਰਦਾ ਹੈ ਨਾ। ਯੂਰੀਨ ਦਾ ਵੋਲੀਅਮ ਕਿਤੇ ਕਿਤੇ ਤੋਂ ਡਿਪੈਂਡ ਕਰ ਸਕਦਾ, ਤੁਸੀਂ ਲਿਕੁਇਡ ਕਿੰਨੇ ਪੀਤੇ ਹੈਗੇ ਆ, ਕੋਈ ਫਿਜ਼ੀਕਲ ਐਕਟੀਵਿਟੀ ਤੁਸੀਂ ਕੀਤੀ ਹੈ, ਭੋਜਨ ਕਿਸ ਤਰੀਕੇ ਦਾ ਖਾਧਾ ਹੈ, ਇਨਵਾਇਰਮੈਂਟ ਦਾ ਟੈਂਪਰੇਚਰ ਕਿੱਦਾਂ ਦਾ। ਨਹੀਂ, ਸਰਦੀਆਂ ਅਤੇ ਗਰਮੀਆਂ ਦੇ ਵਿੱਚ ਯੂਰੀਨ ਆਊਟਪੁੱਟ ਦੇ ਉੱਤੇ ਫਰਕ ਪੈਂਦਾ ਹੈ, ਠੀਕ ਹੈ। ਐਕਸੈਸਿਵ ਜੇਕਰ ਅਸੀਂ ਫਲੂਇਡ ਲਿਕੁਇਡ ਪੀ ਜਾਂਦੇ ਹਾਂ, ਬੋਡੀ ਦਾ ਟੈਂਪਰੇਚਰ ਜੇਕਰ ਕਹਿੰਦਾ ਨੋ ਟੈਂਪਰੇਚਰ ਇਨਕਰੀਜ਼ ਜਿਹੜੀ ਹੈਗੀ ਆ, ਠੀਕ ਹੈ। ਸੋ ਯੂਰੀਨ ਆਊਟਪੁੱਟ ਜਿਹੜੀ ਆ, ਸਮਝਦੇ, ਐਕਸੈਸਿਵ ਫਲੂਇਡ ਇਨਟੇਕ ਐਂਡ ਲੋ ਟੈਂਪਰੇਚਰ, ਇਹਦੇ ਕਰਕੇ ਵੀ ਜ਼ਿਆਦਾ ਯੂਰੀਨ ਆਉਂਦਾ। ਦੇਖ ਲਓ, ਜੇਕਰ ਟੈਂਪਰੇਚਰ ਘੱਟ ਹੋਵੇ, ਫਲੂਇਡ ਜ਼ਿਆਦਾ ਲਏ ਹੋਣ, ਤਾਂ ਨੈਚੁਰਲੀ ਯੂਰੀਨ ਜ਼ਿਆਦਾ ਪਾਸ ਆਊਟ ਕਰਨਾ ਪਏਗਾ। ਫਲੂਇਡ ਘੱਟ ਲਏ ਹੈ, ਲੈਸ ਫਲੂਇਡ ਇਨਟੇਕ, ਠੀਕ ਹੈ। ਅਤੇ ਪਰ ਜੇਕਰ ਤੁਹਾਨੂੰ ਪਸੀਨਾ ਬਹੁਤ ਜ਼ਿਆਦਾ ਆ ਜਾਂਦਾ ਹੈਗਾ ਹਾਈ ਫਿਜ਼ੀਕਲ ਵਰਕ ਦੇ ਕਰਕੇ, ਹਾਈ ਟੈਂਪਰੇਚਰ ਦੇ ਕਰਕੇ, ਉਹਦੇ ਨਾਲ ਕੀ ਹੈ ਕਿ ਆਊਟਪੁੱਟ ਘੱਟ ਜਾਂਦੀ ਹੈ। ਸੋ ਬੜੇ ਸਾਰੇ ਫੈਕਟਰਸ ਹੈਗੇ ਨੇ। ਉਹ ਸਬਸਟੈਂਸਿਸ, ਠੀਕ ਹੈ, ਜਿਵੇਂ ਕਿ ਕੌਫੀ, ਅਲਕੋਹਲ, ਇਹ ਵੀ ਯੂਰੀਨ ਦੀ ਆਊਟਪੁੱਟ ਨੂੰ ਵਧਾਉਂਦੇ ਆ। ਇਹਨਾਂ ਕਰਕੇ ਵੀ ਤੁਸੀਂ ਪੀਤੇ ਹੋਣਗੇ, ਖਾਧੇ ਹੋਣਗੇ, ਅਲਕੋਹਲਸ ਵਗੈਰਾ ਪੀਤੀ ਹੋਏਗੀ, ਕੌਫੀ ਜ਼ਿਆਦਾ ਪੀਓਗੇ, ਤਾਂ ਇਹਨਾਂ ਨੂੰ ਕਹਿੰਦੇ ਡਾਈਯੂਰਟਿਕ। ਇਹਨਾਂ ਸਬਸਟੈਂਸਿਸ ਨੂੰ ਕੀ ਕਹਿੰਦੇ ਆ, ਡਾਈਯੂਰਟਿਕ ਕਹਿੰਦੇ ਆ। ਇਹਦੇ ਨਾਲ ਵੀ ਯੂਰੀਨ ਆਊਟਪੁੱਟ ਵੱਧਦੀ ਹੈ। ਨਾ ਫਿਜ਼ੀਕਲ ਪ੍ਰੋਪਰਟੀਜ਼ ਵੀ ਯੂਰੀਨ ਦੇਖਣ ਦੇ ਵਿੱਚ ਕਿੱਦਾਂ ਦਾ ਹੈਗਾ। ਸੋ ਟਰਾਂਸਪੇਰੈਂਟ, ਹੈ ਨਾ, ਯੈਲੋਇਸ਼ ਕਲਰ ਦਾ ਫਲੂਇਡ ਹੁੰਦਾ, ਠੀਕ ਹੈ। ਸੋ ਇਹਦਾ ਜਿਹੜਾ ਕਲਰ ਹੈ ਕਿਹਦੇ ਕਰਕੇ ਹੈ, ਯੂਰੋਕ੍ਰੋਮ ਪਿਗਮੈਂਟ ਦੇ ਕਰਕੇ। ਦੇਖੋ, ਕਿਸੇ ਵੀ ਚੀਜ਼ ਦਾ ਕਲਰ ਪਿਗਮੈਂਟ ਦੇ ਕਰਕੇ ਹੁੰਦਾ, ਤਾਂ ਤੁਹਾਡੇ ਯੂਰੀਨ ਦਾ ਕਲਰ ਵੀ ਜਿਹੜਾ ਹੈਗਾ ਯੂਰੋਕ੍ਰੋਮ ਪਿਗਮੈਂਟ ਦੇ ਕਰਕੇ ਹੈ, ਜਿਹੜਾ ਕਿ ਕਿੱਥੋਂ ਦੀ ਪੈਦਾ ਹੋਇਆ, ਵਾਰਨ ਆਊਟ ਹੋਏ ਪਏ ਜਿਹੜੇ ਸਾਡੇ RBCs, ਰੈੱਡ ਬਲੱਡ ਕਾਰਪਸਸ ਜਿਹੜੇ ਸਾਡੇ ਨਸ਼ਟ ਹੋ ਚੁੱਕੇ ਆ ਨਾ, ਉਹਨਾਂ ਦੇ ਹੀਮੋਗਲੋਬਿਨ ਦੀ ਬ੍ਰੇਕਡਾਊਨ ਤੋਂ ਪੈਦਾ ਹੋਇਆ। ਦੇਖੋ, ਇਹ ਪਿਗਮੈਂਟ ਜਿਹੜਾ ਹੈਗਾ, ਹੈ ਨਾ, ਠੀਕ ਹੈ। ਇਸੇ ਤਰੀਕੇ ਦੇ ਨਾਲ, ਠੀਕ ਹੈ, ਇੱਕ ਕਲਰ ਤਾਂ ਹੈ ਹੀ ਹੈ ਯੂਰੀਨ ਦਾ, ਪਰ ਯੂਰੀਨ ਦੇ ਕਲਰ ਦੇ ਵਿੱਚ ਕੁਛ ਸਬਸਟੈਂਸਿਸ ਐਡ ਹੋਣ ਦੇ ਨਾਲ ਵੀ ਉਹਦੇ ਕਲਰ 'ਚ ਚੇਂਜ ਆ ਜਾਂਦਾ। ਜਿਵੇਂ ਕਿ ਤੁਸੀਂ ਵਿਟਾਮਿਨ B ਕੰਪਲੈਕਸ ਖਾਧਾ ਹੋਇਆ, ਕੁਛ ਡਰੱਗਸ ਖਾਣ ਦੇ ਨਾਲ ਵੀ, ਠੀਕ ਹੈ, ਬੀਟ, ਹੈ ਨਾ, ਜਿਵੇਂ ਸ਼ੂਗਰ ਬੀਟਸ ਹੁੰਦੀਆਂ ਨੇ, ਇਹਨਾਂ ਨੂੰ ਖਾਣ ਦੇ ਨਾਲ ਵੀ ਤੁਹਾਡੇ ਯੂਰੀਨ ਦੇ ਕਲਰ ਦੇ ਵਿੱਚ ਚੇਂਜ ਆ ਸਕਦਾ। ਹਾਈਪਰਟੋਨਿਕ ਹੈ, ਤੁਹਾਨੂੰ ਪਤਾ ਹੀ ਹੈ ਨਾ, ਬਲੱਡ ਪਲਾਜ਼ਮਾ ਦੇ ਨਾਲੋਂ ਕਿਤੇ ਜ਼ਿਆਦਾ ਸੰਘਣਾ ਹੈਗਾ ਸਾਡਾ ਯੂਰੀਨ। ਇਹਦੀ ਸਪੈਸੀਫਿਕ ਗ੍ਰੈਵਿਟੀ ਵੀ ਹੈ, ਹੈ ਨਾ, ਠੀਕ ਹੈ। ਸੋ ਸਪੈਸੀਫਿਕ ਗ੍ਰੈਵਿਟੀ ਇਹਦੀ ਵਾਟਰ ਦੇ ਨਾਲ ਥੋੜ੍ਹੀ ਜਿਹੀ ਹਾਈ ਹੈ। pH ਵੈਲਿਊ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ, 5 to 8, ਠੀਕ ਹੈ। ਇਹਦੀ pH ਵੈਲਿਊ ਹੋ ਸਕਦੀ ਹੈ, ਡਾਈਟ ਦੇ ਉੱਤੇ ਵੀ ਡਿਪੈਂਡ ਕਰਦੀ ਹੈ। ਜੇਕਰ ਅਸੀਂ ਹਾਈ ਪ੍ਰੋਟੀਨ ਵਾਲਾ ਫੂਡ ਖਾਂਦੇ ਹਾਂ ਜਾਂ ਫਰੂਟ ਖਾਂਦੇ ਹਾਂ, ਉਹਦੇ ਨਾਲ ਐਸੀਡਿਟੀ ਵੱਧ ਜਾਂਦੀ ਹੈ। ਪਰ ਜੇਕਰ ਅਸੀਂ ਵੈਜੀਟੇਬਲਸ ਖਾਵਾਂਗੇ ਤਾਂ ਫਿਰ ਸਾਡੇ ਯੂਰੀਨ ਦੇ ਵਿੱਚ ਅਲਕਲਾਈਨਿਟੀ ਵਧੇਗੀ, ਹੈ ਨਾ। ਸੋ ਇਹਦੀ ਇੱਕ ਅਨਪਲੀਜ਼ੈਂਟ ਆਰਡਰ ਹੁੰਦਾ। ਦੇਖੋ, ਇਹ ਤੁਹਾਨੂੰ ਨਵੀਂ ਗੱਲ ਅੱਜ ਪਤਾ ਲੱਗਣੀ ਆ। ਜੇਕਰ ਯੂਰੀਨ ਇੱਕ ਜਗ੍ਹਾ 'ਤੇ ਉੱਥੇ ਖੜਾ ਰਹੇ ਨਾ, ਅਤੇ ਅਸੀਂ ਕਹਿੰਦੇ ਨਾ ਕਿੰਨੀ ਬਦਬੂ ਫੈਲ ਗਈ ਹੈ। ਉਹ ਕਿਉਂ ਫੈਲ ਜਾਂਦੀ, ਕਿਉਂਕਿ ਬੱਚੇ ਉਹਦੇ ਅੰਦਰ ਜਿਹੜਾ ਯੂਰੀਆ ਹੁੰਦਾ ਨਾ, ਯੂਰੀਨ ਦੇ ਅੰਦਰ ਬੈਕਟੀਰੀਆ ਉਹਦਾ ਡਿਕੇ ਕਰ ਦਿੰਦੇ ਆ, ਹੈ ਨਾ। ਅਤੇ ਉਹਦਾ ਕਿ ਯੂਰੀਆ ਜਿਹੜਾ ਹੈਗਾ ਅਮੋਨੀਆ ਦੇ ਵਿੱਚ ਕਨਵਰਟ ਹੋ ਜਾਂਦਾ, ਜਿਹਦੇ ਕਰਕੇ ਕਿ ਬਹੁਤ ਹੀ ਇੱਕ ਸਟਰੋਂਗ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਯੂਰੀਨ ਦੇ ਵਿੱਚੋਂ ਦੀ, ਠੀਕ ਹੈ। ਕਿਉਂਕਿ ਯੂਰੀਆ ਕਾਹਦੇ 'ਚ ਕਨਵਰਟ ਹੋ ਗਿਆ, ਬੈਕਟੀਰੀਆ ਦੇ ਕਰਕੇ ਅਮੋਨੀਆ 'ਚ। ਨਾ ਕੈਮੀਕਲ ਕੰਪੋਜੀਸ਼ਨ ਪਤਾ ਹੀ ਹੋਣਾ ਚਾਹੀਦਾ ਤੁਹਾਨੂੰ, ਯੂਰੀਨ ਦੇ ਅੰਦਰ ਵਾਟਰ ਹੈ, ਹੋਰ ਬਹੁਤ ਸਾਰੇ ਆਰਗੈਨਿਕ ਇਨਆਰਗੈਨਿਕ ਸਬਸਟੈਂਸਿਸ ਪ੍ਰੈਜ਼ੈਂਟ ਹੈ, ਠੀਕ ਹੈ। ਸੋ ਵਾਟਰ ਹੀ ਸਿਰਫ ਜਿਹੜਾ ਯੂਰੀਨ ਦਾ 95% ਜਿਹੜਾ ਹੈਗਾ ਉਹ ਕੌਣ ਬਣਾਉਂਦਾ, ਵਾਟਰ। ਬਾਕੀ ਸਾਰੇ ਸਬਸਟੈਂਸਿਸ ਤਾਂ ਕਿੰਨੇ ਆ, ਸਿਰਫ 5% ਹੀ ਆ, ਹੈ ਨਾ। ਆਰਗੈਨਿਕ ਸਬਸਟੈਂਸਿਸ ਦੇ ਵਿੱਚ ਜ਼ਿਆਦਾ ਕਰਕੇ ਨਾਈਟ੍ਰੋਜੀਨਸ ਕੰਪਾਊਂਡਸ ਆ ਜਾਂਦੇ ਆ, ਥੋੜ੍ਹੇ ਬਹੁਤੇ ਨੋਨ ਨਾਈਟ੍ਰੋਜੀਨਸ ਕੰਪਾਊਂਡ ਵੀ ਪ੍ਰੈਜ਼ੈਂਟ ਹੈ। ਨਾਈਟ੍ਰੋਜੀਨਸ ਆਰਗੈਨਿਕ ਕੰਪਾਊਂਡ ਜਿਵੇਂ ਕਿ ਯੂਰੀਆ, ਯੂਰਿਕ ਐਸਿਡ, ਸਕ੍ਰੈਟਨਿਨ, ਹਿਪੂਰਿਕ ਐਸਿਡ ਆ ਜਾਂਦੇ ਆ, ਹੈ ਨਾ। ਯੂਰੀਆ ਮੇਨ ਪ੍ਰਿੰਸੀਪਲ ਕੰਪੋਨੈਂਟ ਹੈਗਾ ਹਿਊਮਨ ਯੂਰੀਨ ਦੇ ਵਿੱਚ, ਜੇਕਰ ਕੋਈ ਪੁੱਛ ਲੇ। ਦਾ ਨੋ ਨਾਈਟ੍ਰੋਜੀਨਸ ਆਰਗੈਨਿਕ ਵੇਸਟ ਦੇ ਵਿੱਚ ਤੁਹਾਡੇ ਕੋਲ ਜਿਵੇਂ ਵਿਟਾਮਿਨ C, ਓਗਜ਼ੈਲਿਕ ਐਸਿਡ, ਫਿਨੋਲਿਕ ਸਬਸਟੈਂਸਿਸ, ਥੋੜ੍ਹਾ ਬਹੁਤਾ ਗਲੂਕੋਜ਼, ਠੀਕ ਹੈ ਜੀ। ਸੋ ਇਹ ਆ ਜਾਂਦੇ ਆ। ਸੋ ਇਨਆਰਗੈਨਿਕ ਸਬਸਟੈਂਸਿਸ ਜਿਹੜੇ ਹੈਗੇ ਆ
ਵਾਟਰ ਤਾਂ ਹੈ ਹੀ ਹੈ, ਠੀਕ ਹੈ। ਸੋ ਕਿੰਨੇ ਸਾਰੇ ਇਨਆਰਗੈਨਿਕ ਅਤੇ ਆਰਗੈਨਿਕ ਸਬਸਟੈਂਸਿਸ ਪ੍ਰੈਜ਼ੈਂਟ ਹੈ। ਇਨਆਰਗੈਨਿਕ ਦੇ ਵਿੱਚ ਮੈਂ ਕੀ ਦੱਸਿਆ, ਅਮੋਨੀਆ, ਮਿਨਰਲ ਸਾਲਟਸ, ਕਲੋਰਾਈਡਸ, ਸਲਫੇਟਸ, ਫੋਸਫੇਟਸ ਆਫ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਆ ਜਾਂਦੇ ਹਨ। ਸੋਡੀਅਮ ਕਲੋਰਾਈਡ ਵੀ ਮੇਨ ਮਿਨਰਲ ਸਾਲਟ ਹੈਗਾ ਯੂਰਿਨ ਦਾ। ਦੇਖੋ ਜੇਕਰ ਤੁਹਾਨੂੰ ਪੁੱਛਣਾ ਯੂਰਿਨ ਦੇ ਵਿੱਚ ਮੇਨ ਸਾਲਟ ਕਿਹੜਾ, ਪ੍ਰਿੰਸੀਪਲ ਮਿਨਰਲ ਸਾਲਟ ਸੋਡੀਅਮ ਕਲੋਰਾਈਡ ਹੈ। ਯੂਰਿਨ ਦੇ ਵਿੱਚ ਠੀਕ ਹੈ ਕੁਛ ਹੋਰ ਸਬਸਟੈਂਸਿਸ ਵੀ ਹੈ, ਜਿੱਦਾਂ ਕਿ ਪਿਗਮੈਂਟਸ, ਡਰੱਗਸ, ਐਪੀਥੀਲੀਅਲ ਸੈਲਸ, ਲਿਊਕੋਸਾਈਟਸ। ਓਕੇ, ਐਬਨੋਰਮਲ ਮਟੀਰੀਅਲ ਕਿਹੜੇ ਹੋ ਸਕਦੇ ਆ? ਦੇਖੋ ਯੂਰਿਨ ਦੇ ਵਿੱਚ ਜੇਕਰ ਇਹਨਾਂ ਚੀਜ਼ਾਂ ਕੁਛ ਸਬਸਟੈਂਸਿਸ ਦੀ ਪ੍ਰੈਜ਼ੈਂਸ ਹੋਵੇ ਨਾ, ਤਾਂ ਫਿਰ ਇਹ ਥੋੜ੍ਹਾ ਜਿਹਾ ਹੋ ਸਕਦਾ ਵੀ ਪਰਸਨ ਜਿਹੜਾ ਹੈਗਾ ਉਹ ਸਫਰ ਕਰਦਾ ਪਿਆ, ਕਿਸੇ ਨਾ ਕਿਸੇ ਡਿਜ਼ੀਜ਼ ਤੋਂ ਸਫਰ ਕਰਦਾ ਪਿਆ ਹੈ ਨਾ, ਜਿੱਦਾਂ ਕਿ ਬਾਈਲ ਸਾਲਟਸ ਦਾ ਹੋਣਾ ਯੂਰਿਨ 'ਚ, ਐਲਬਿਊਮਿਨ ਪ੍ਰੋਟੀਨ ਦਾ ਹੋਣਾ, ਬਾਈਲ ਪਿਗਮੈਂਟਸ, ਕੀਟੋਨ ਬੋਡੀਜ਼, ਬਲੱਡ ਦਾ ਆਉਣਾ, ਪਸ ਆ ਰਹੀ ਹੈ, ਮਾਈਕਰੋਬਸ ਆ ਰਹੇ ਹੈ, ਗਲੂਕੋਜ਼ ਦੇ ਕੁਛ ਟਰੇਸਿਸ ਆ ਰਹੇ ਆ, ਤੁਹਾਨੂੰ ਦੱਸਿਆ ਵੀ ਹੋਇਆ ਨਾ। ਸੋ ਉਹਨਾਂ ਦੇ ਲਈ ਬੱਚੇ ਟਰਮਸ ਵੀ ਹੈ। ਜੇਕਰ ਤੁਹਾਨੂੰ ਲੱਗਦਾ ਕਿ ਯੂਰਿਨ ਦੇ ਵਿੱਚ ਕੀ ਆ ਰਿਹਾ, ਟੈਸਟ ਕਰਵਾਇਆ ਤਾਂ ਗਲੂਕੋਜ਼ ਆ ਰਿਹਾ, ਠੀਕ ਹੈ। ਸੋ ਅਸੀਂ ਉਹਨੂੰ ਕੀ ਕਵਾਂਗੇ ਕਿ ਇੱਦਾਂ ਦਾ ਯੂਰਿਨ ਨੂੰ ਕੀ ਕਵਾਂਗੇ, ਗਲੂਕੋਸੂਰੀਆ ਹੈ ਨਾ। ਜੇਕਰ ਪ੍ਰੋਟੀਨ ਆ ਰਹੀਆਂ, ਪ੍ਰੋਟੀਨਿਊਰੀਆ ਹੈ ਨਾ। ਬਲੱਡ ਆ ਰਿਹਾ, ਹੀਮੈਟੋਰੀਆ ਹੈ ਨਾ। ਕੀਟੋਨ ਬੋਡੀਜ਼ ਆ ਰਹੀਆਂ ਨੇ, ਕੀਟੋਨੂਰੀਆ। ਤਾਂ ਜੇਕਰ ਪਸ ਸੈਲਸ ਆ ਰਹੇ ਨੇ ਬਲੱਡ ਦੇ ਅੰਦਰ, ਤਾਂ ਪਾਇਓਰੀਆ। ਦੇਖੋ ਅਲੱਗ ਅਲੱਗ ਟਰਮਸ ਦਿੱਤੀਆਂ ਹੋਈਆਂ। ਅੱਗੇ ਤੁਹਾਡੇ ਕੋਲ ਆ ਗਿਆ ਰੀਨਲ ਥ੍ਰੈਸ਼ਹੋਲਡ। ਪਤਾ ਤੁਹਾਨੂੰ ਰੀਨਲ ਵਰਡ ਮੀਨਸ ਕਿਡਨੀ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਸੋ ਯੂਰਿਨ ਦੇ ਵਿੱਚ ਬਹੁਤ ਹੀ ਨੈਗਲੀਜੀਬਲ, ਮੈਂ ਕੀ ਕਿਹਾ, ਗਲੂਕੋਜ਼ ਠੀਕ ਹੈ ਬਹੁਤ ਥੋੜ੍ਹਾ, ਪਰ ਜੇਕਰ ਜ਼ਿਆਦਾ ਕੰਸਨਟ੍ਰੇਸ਼ਨ ਵੱਧ ਜੇ ਤਾਂ ਫਿਰ ਤਾਂ ਅਸੀਂ ਕਹਿੰਦੇ ਨੇ ਨਾ ਸ਼ੂਗਰ ਹੋ ਗਈ ਹੈ। ਸੋ ਹਾਈਐਸਟ ਕੰਸਨਟ੍ਰੇਸ਼ਨ ਜਿਹੜੀ ਕਿਸੇ ਵੀ ਸਬਸਟੈਂਸ ਦੀ ਬਲੱਡ ਦੇ ਅੰਦਰ ਅਪ ਟੂ ਵਿਚ ਇਟ ਇਜ਼ ਫੁਲੀ ਰੀਅਬਜ਼ੋਰਬਡ ਫਰੋਮ ਦਾ ਗਲੋਮੇਰੂਲਰ ਫਿਲਟਰੇਟ, ਉਹਨੂੰ ਅਸੀਂ ਕਹਿੰਦੇ ਹਾਂ ਥ੍ਰੈਸ਼ਹੋਲਡ ਹੈ ਨਾ। ਜਿੰਨੀ ਜ਼ਿਆਦਾ ਕੰਸਨਟ੍ਰੇਸ਼ਨ, ਠੀਕ ਹੈ ਨਾ, ਸੋ ਬਲੱਡ ਦੇ ਵਿੱਚੋਂ ਦੀ ਸਬਸਟੈਂਸਿਸ ਦੀ ਰੀਐਬਜ਼ੋਰਬ ਕਰ ਲਈ ਗਈ ਗਲੋਮੇਰੂਲਰ ਫਿਲਟਰੇਸ਼ਨ ਦੇ ਦੁਆਰਾ, ਗਲੋਮੇਰੂਲਰ ਫਿਲਟਰੇਟ ਤੋਂ ਰੀਐਬਜ਼ੋਰਬ ਕਰ ਲਈ ਗਈ ਹੈ ਨਾ, ਜਿੰਨੀ ਜ਼ਿਆਦਾ ਅਮਾਊਂਟ ਹਾਈਐਸਟ ਕੰਸਨਟ੍ਰੇਸ਼ਨ ਕਿਸੇ ਵੀ ਸਬਸਟੈਂਸ ਦੀ, ਉਹਦੀ ਕੀ ਹੋ ਗਈ ਹੈ, ਥ੍ਰੈਸ਼ਹੋਲਡ ਵੈਲਿਊ ਹੋ ਗਈ ਹੈ ਨਾ। ਠੀਕ ਹੈ, ਕਿਉਂਕਿ ਜੇਕਰ ਕਿਸੇ ਵੀ ਸਬਸਟੈਂਸ ਦੀ ਅਮਾਊਂਟ ਬਲੱਡ ਦੇ ਵਿੱਚ ਥ੍ਰੈਸ਼ਹੋਲਡ ਵੈਲਿਊ ਨਾਲੋਂ, ਰੀਨਲ ਥ੍ਰੈਸ਼ਹੋਲਡ ਵੈਲਿਊ ਦੇ ਨਾਲੋਂ ਵੱਧ ਗਈ ਨਾ, ਹੈ ਨਾ, ਠੀਕ ਹੈ। ਸੋ ਕੁਛ ਜਿਹੜਾ ਫਿਲਟਰੇਟ ਆਊਟ ਸਬਸਟੈਂਸਿਸ ਜਿਹੜੇ ਹੈਗੇ ਉਹ ਰੀਅਬਜ਼ੋਰਬ ਨਹੀਂ ਹੋਏ, ਉਹ ਯੂਰਿਨ ਦੇ ਵਿੱਚ ਐਕਸਕਰੀਟ ਹੋਣਾ ਸ਼ੁਰੂ ਹੋ ਜਾਣਗੇ, ਤਾਂ ਫਿਰ ਪ੍ਰੋਬਲਮ ਆ ਜਾਏਗੀ। ਸੋ ਮਤਲਬ ਸਿੱਧੀ ਜਿਹੀ ਗੱਲ ਹੈਗੀ ਆ। ਸੋ ਜਿਵੇਂ ਕਿ ਤੁਹਾਨੂੰ ਇੱਥੋਂ ਜ਼ਿਆਦਾ ਸਮਝ ਆਉਣਾ ਹੈਗਾ, ਗਲੂਕੋਜ਼ ਦੀ ਰੀਨਲ ਥ੍ਰੈਸ਼ਹੋਲਡ ਜਿਹੜੀ ਹੈਗੀ ਨਾ ਗਲੂਕੋਜ਼ ਦੀ, ਉਹ ਕਿੰਨੀ ਹੈ, 180 ਮਿਲੀਗ੍ਰਾਮ ਹੈਗੀ ਪਰ 100 ml ਆਫ ਬਲੱਡ ਹੈ ਨਾ। ਜੇਕਰ 180 ਮਿਲੀਗ੍ਰਾਮ ਬਲੱਡ ਦੇ ਵਿੱਚ, ਜੇਕਰ 100 ml ਆਫ ਬਲੱਡ ਦੇ ਵਿੱਚ 180 ਮਿਲੀਗ੍ਰਾਮ ਜੇਕਰ ਸ਼ੂਗਰ ਆਉਣੀ ਸ਼ੁਰੂ ਹੋ ਗਈ ਨਾ, ਤਾਂ ਉਹ ਫਿਰ ਵੀ ਠੀਕ ਹੈ। ਪਰ 180 ਤੋਂ ਜੇਕਰ ਜ਼ਿਆਦਾ ਹੋ ਗਈ, ਐਕਸੀਡ ਕਰ ਗਈ, ਤਾਂ ਰੀਅਬਜ਼ੋਰਬ ਨਾ ਹੋਈ, ਯੂਰਿਨ 'ਚ ਪਾਸ ਹੋ ਗਈ, ਅਤੇ ਇਹਦਾ ਮਤਲਬ ਕਿ ਪਰਸਨ ਜਿਹੜਾ ਹੈਗਾ ਉਹ ਡਾਇਬਟਿਕ ਹੈ। ਸੋ ਸਿੱਧੀ ਜਿਹੀ ਗੱਲ ਹੈ, ਥ੍ਰੈਸ਼ਹੋਲਡ ਵੈਲਿਊ ਦਾ ਮਤਲਬ, ਠੀਕ ਹੈ, ਜਿੰਨੀ ਜ਼ਿਆਦਾ ਫਿਲਟਰੇਟ ਦੇ ਵਿੱਚੋਂ ਦੀ ਕਿਸੇ ਸਬਸਟੈਂਸ ਦੀ ਅਮਾਊਂਟ ਅਬਜ਼ੋਰਬ ਹੋ ਸਕਦੀ ਸੀ ਉਹ ਹੋ ਗਈ, ਠੀਕ ਹੈ, ਤਾਂ ਉਹ ਨੁਕਸਾਨਦਾਇਕ ਨਹੀਂ ਹੈ। ਪਰ ਜੇਕਰ ਨਹੀਂ ਹੋਈ ਤਾਂ ਉਹ ਯੂਰਿਨ ਦੇ ਵਿੱਚ ਜਾਂ ਬਲੱਡ ਦੇ ਵਿੱਚ ਐਕਸਕਰੀਟ ਹੋਣਾ ਸ਼ੁਰੂ ਹੋ ਗਈ ਕਿਸੇ ਵੀ ਚੀਜ਼ ਦੀ ਅਮਾਊਂਟ, ਕਿਸੇ ਵੀ ਸਬਸਟੈਂਸ ਦੀ, ਤਾਂ ਉਹ ਖਤਰਨਾਕ ਹੈ। ਨਾਓ ਕੰਡਕਸ਼ਨ ਆਫ ਯੂਰਿਨ ਅਤੇ ਮਿਕਸਚੂਰੇਸ਼ਨ, ਇਹ ਮੈਨੂੰ ਲੱਗਦਾ ਬੱਚਿਆਂ ਨੇ ਕੁਐਸਚਨ ਵੀ ਯਾਦ ਕਰ ਲਿਆ ਹੈ ਨਾ। ਸੋ ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਸਮਝਾਉਣ ਲੱਗੀ ਹਾਂ। ਮਿਕਸਚੂਰੇਸ਼ਨ ਪ੍ਰੋਸੈਸ ਦਾ ਕੀ ਮਤਲਬ, ਬੱਚੇ ਨੂੰ ਅਸੀਂ ਯੂਰੀਨੇਸ਼ਨ ਵੀ ਕਹਿ ਦਿੰਦੇ ਹਾਂ। ਆਪਣੀ ਬੋਡੀ ਦੇ ਵਿੱਚੋਂ ਦੀ ਯੂਰਿਨ ਨੂੰ ਪਾਸ ਆਊਟ ਕਰ ਦੇਣਾ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਮਿਕਸਚੂਰੇਸ਼ਨ ਜਾਂ ਫਿਰ ਯੂਰੀਨੇਸ਼ਨ। ਯੂਰਿਨ ਪ੍ਰੋਡਿਊਸ ਵੀ ਕੀਤਾ ਜਾਂਦਾ ਲਗਾਤਾਰ ਨੈਫਰੋਨਸ ਦੇ ਦੁਆਰਾ, ਡਰਾਉਣ ਵੀ ਕੀਤਾ ਜਾਂਦਾ ਰੀਨਲ ਪੈਲਵਿਸ ਦੇ ਵਿੱਚ। ਇੱਥੋਂ ਦੀ ਇਹ ਤੁਹਾਨੂੰ ਪਤਾ ਹੀ ਹੈ ਨਾ, ਰੀਨਲ ਪੈਲਵਿਸ, ਜੇ ਕਿਡਨੀ ਦਾ ਸਟਰਕਚਰ ਯਾਦ ਹੈ, ਇੱਕ ਖਾਲੀ ਜਗ੍ਹਾ ਸੀ ਜਿਹਦੇ ਵਿੱਚੋਂ ਦੀ ਸੈਂਟਰ 'ਚੋਂ ਫਿਰ ਯੂਰੀਟਰ ਨਿਕਲਦਾ ਪਿਆ ਸੀ, ਪਿੱਛੇ ਪੈਲਵਿਸ ਸੀਗਾ, ਉੱਥੇ ਯੂਰਿਨ ਪਹੁੰਚ ਚੁੱਕਾ, ਨੈਫਰੋਨ ਦੇ ਵਿੱਚੋਂ ਦੀ ਨਿਕਲ ਕੇ ਯੂਰੀਟਰ ਦੇ ਕੋਲ ਆ ਚੁੱਕਾ ਹੈ ਨਾ। ਯੂਰੀਟਰ ਨੇ ਫਿਰ ਹੁਣ ਕਿੱਥੇ ਜਾਣਾ, ਯੂਰੀਨਰੀ ਬਲੈਡਰ ਦੇ ਵਿੱਚ। ਤੁਹਾਨੂੰ ਪਤਾ ਯੂਰੀਟਰਸ ਕਿੱਥੇ ਜਾ ਕੇ ਖੁੱਲ੍ਹ ਜਾਂਦੇ ਆ, ਯੂਰੀਨਰੀ ਬਲੈਡਰ ਦੇ ਵਿੱਚ ਜਾ ਕੇ ਖੁੱਲ੍ਹ ਜਾਂਦੇ ਆ। ਥੋੜ੍ਹੀ ਦੇਰ ਦੇ ਲਈ ਤੁਹਾਨੂੰ ਪਤਾ ਟੈਂਪਰੇਰੀਲੀ ਉਹ ਉਹਨੂੰ ਸਟੋਰ ਕਰਕੇ ਰੱਖਦਾ, ਅਤੇ ਜਿੱਦਾਂ ਹੀ ਅਰਗ ਪੈਦਾ ਹੋ ਜਾਂਦੀ ਹੈ, ਠੀਕ ਹੈ ਵੀ ਹਾਂਜੀ ਹੁਣ ਯੂਰਿਨ ਨੂੰ ਪਾਸ ਆਊਟ ਕਰਨਾ, ਹੁਣ ਕੰਟਰੋਲ ਨਹੀਂ ਹੋ ਰਿਹਾ, ਉਸ ਪ੍ਰੋਸੈਸ ਨੂੰ ਕਹਿ ਦਿੱਤਾ ਜਾਂਦਾ ਮਿਕਸਚੂਰੇਸ਼ਨ। ਜਿੱਦਾਂ ਯੂਰਿਨ ਕਲੈਕਟ ਹੋ ਗਿਆ, ਕੀ ਹੁੰਦਾ ਕੀ ਐਕਚੁਅਲੀ ਦੇ ਵਿੱਚ ਹੈ ਨਾ। ਸੋ ਜਿਹੜਾ ਯੂਰੀਨਰੀ ਬਲੈਡਰ ਹੈਗਾ ਉਹਦੀ ਮਸਕੂਲਰ ਵਾਲਸ ਹੈਗੀਆਂ ਨੇ, ਨਹੀਂ ਸਾਈਜ਼ ਵੱਧ ਜਾਣਾ ਉਹਦਾ, ਬਲੈਡਰ ਨੇ ਥੋੜ੍ਹਾ ਡਿਸਟੈਂਡ ਕਰ ਜਾਣਾ ਹੈਗਾ। ਸੋ ਡਿਸਟੈਂਸ਼ਨ ਜਿਹੜੀ ਹੈਗੀ ਇਹਦੀ ਵਾਲਸ ਦੇ ਵਿੱਚ, ਉਹ ਕੀ ਕਰ ਦਿੰਦੀ ਹੈ, ਬਲੈਡਰ ਦੀਆਂ ਹੀ ਜਿਹੜੀਆਂ ਨਰਵ ਐਂਡਿੰਗਸ ਹੈਗੀਆਂ ਨੇ, ਸੈਂਸਰੀ ਨਰਵ ਐਂਡਿੰਗਸ ਹੈਗੀਆਂ ਨੇ ਬਲੈਡਰ ਦੀ ਵਾਲਸ ਦੇ ਅੰਦਰ, ਉਹ ਇੱਕ ਰਿਫਲੈਕਸ ਐਕਸ਼ਨ ਸੈਟਅਪ ਕਰ ਦਿੰਦੇ ਆ, ਠੀਕ ਹੈ ਨਾ। ਸੋ ਬ੍ਰੇਨ ਨੂੰ ਮੈਸੇਜ ਪਹੁੰਚ ਜਾਂਦਾ ਕਿ ਵੀ ਹੁਣ ਬਸ ਅਰਗ ਪੈਦਾ ਕਰ ਦਿਓ, ਠੀਕ ਹੈ ਨਾ, ਯੂਰਿਨ ਪਾਸ ਆਊਟ ਕਰਨ ਦੀ, ਠੀਕ ਹੈ। ਸੋ ਜਦੋਂ ਡਿਸਚਾਰਜ ਹੋ ਰਿਹਾ ਹੁੰਦਾ ਯੂਰਿਨ ਦਾ, ਬਲੈਡਰ, ਯੂਰੀਥਰਲ ਸਫਿੰਕਟਰਸ, ਇਹ ਸਭ ਰਿਲੈਕਸ ਕਰ ਰਹੇ ਹੁੰਦੇ ਆ। ਬਲੈਡਰ ਦੇ ਜਿਹੜੇ ਹੌਲੀ ਹੌਲੀ ਬਲੈਡਰ ਵਾਲ ਦੇ ਜਿਹੜੇ ਸਮੂਥ ਮਸਲਸ ਹੈ ਉਹ ਕੰਟਰੈਕਟ ਕਰਨਾ ਸ਼ੁਰੂ ਕਰ ਦਿੰਦੇ ਆ, ਹੈ ਨਾ। ਸੋ ਜਿਹਦੇ ਕਰਕੇ ਕੀ ਹੋ ਜਾਂਦਾ, ਦੇਖੋ ਕੁਛ ਪਾਰਟਸ ਜਿਹੜੇ ਹੈਗੇ ਆ ਰਿਲੈਕਸਡ ਹੈ ਨਾ, ਠੀਕ ਹੈ। ਸੋ ਯੂਰਿਨ ਦਾ ਬਲੈਡਰ, ਯੂਰੀਥਰਲ ਸਫਿੰਕਟਰਸ ਉਹ ਰਿਲੈਕਸ ਹੈ, ਪਰ ਉਹਦੇ ਜਿਹੜੇ ਸਮੂਥ ਮਸਲਸ ਹੈ,
ਠੀਕ ਹੈ ਨਾ, ਬਲੱਡ ਦੀ ਵਾਲਸ ਦੇ ਅੰਦਰ ਉਹ ਕੰਟਰੈਕਟ ਕਰ ਜਾਂਦੇ ਆ, ਜਿਹਦੇ ਕਰਕੇ ਕਿ ਯੂਰਿਨ ਜਿਹੜਾ ਹੈਗਾ ਬਲੱਡ ਤੋਂ ਬਲੈਡਰ ਤੋਂ ਯੂਰੀਥਰਾ ਦੇ ਥਰੂ ਬਾਹਰ ਭੇਜ ਦਿੱਤਾ ਜਾਂਦਾ ਹੈ ਨਾ। ਠੀਕ ਹੈ, ਸੋ ਯੂਰੀਟਰਸ ਦੇ ਵਿੱਚ ਇਹ ਜੋ ਰਿਫਲੈਕਸ ਆਫ ਯੂਰਿਨ ਜਿਹੜੀ ਯੂਰੀਟਰਸ ਦੇ ਵਿੱਚ ਹੋਈ ਹੈ, ਠੀਕ ਹੈ ਨਾ, ਸੋ ਇਹ ਵਾਪਸ ਨਾ ਕਿਤੇ ਯੂਰੀਟਰਸ ਦੇ ਵਿੱਚ ਚਲਾ ਜਾਵੇ, ਉਹਨੂੰ ਰੋਕਿਆ ਜਾ ਸਕਦਾ। ਯੂਰੀਟਰਸ ਦੇ ਟਰਮੀਨਲ ਪਾਰਟਸ ਜਿਹੜੇ ਹੈਗੇ ਆ ਨਾ, ਠੀਕ ਹੈ, ਸੋ ਉਹ ਤੁਹਾਨੂੰ ਪਤਾ ਹੀ ਹੈ ਕਿ ਓਬਲੀਕਲੀ ਪਾਸ ਕਰ ਜਾਂਦੇ ਆ ਯੂਰੀਨਰੀ ਬਲੈਡਰ ਦੀਆਂ ਵਾਲਸ ਦੇ ਵਿੱਚੋਂ ਦੀ, ਹੈ ਨਾ। ਅਤੇ ਫਿਰ ਬਾਅਦ ਵਿੱਚ ਕੀ ਹੈ ਕਿ ਜਦੋਂ ਬਲੈਡਰ ਵਾਲਸ ਜਿਹੜੀਆਂ ਹੈਗੀਆਂ ਉਹਦੇ ਆਲੇ ਦੁਆਲੇ ਕੰਟਰੈਕਟ ਕਰ ਜਾਂਦੀਆਂ ਤਾਂ ਯੂਰੀਟਰ ਦੀ ਓਪਨਿੰਗ ਬੰਦ ਹੋ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਯੂਰੀਨਰੀ ਬਲੈਡਰ ਦੀ ਜਿਹੜੀ ਕੰਟਰੈਕਸ਼ਨ ਹੈ, ਰਿਲੈਕਸੇਸ਼ਨ ਹੈ ਨਾ, ਸੋ ਉਹ ਕਿੱਥੋਂ ਦੀ ਪੈਦਾ ਹੋਈ ਹੈ, ਨਰਵ ਫਾਈਬਰਸ, ਸਿੰਪੈਥੈਟਿਕ ਅਤੇ ਪੈਰਾਸਿੰਪੈਥੈਟਿਕ ਨਰਵ ਫਾਈਬਰਸ ਜਿਹੜੇ ਆ ਉੱਥੋਂ ਦੀ ਇੰਪਲਸ, ਕਿਉਂਕਿ ਬ੍ਰੇਨ ਤਾਂ ਹਰ ਇੱਕ ਚੀਜ਼ ਕੰਟਰੋਲ ਕਰਦਾ ਹੀ ਪਿਆ ਨਾ। ਸੋ ਮਿਕਚੂਰੇਸ਼ਨ ਜਿਹੜੀ ਹੈਗੀ ਆ ਵਲੰਟਰੀ ਹੈ, ਵਲੰਟਰੀਲੀ ਹੈ, ਮਤਲਬ ਕਿ ਠੀਕ ਹੈ, ਮਤਲਬ ਤੁਹਾਨੂੰ ਪਤਾ ਵਲੰਟਰੀ ਪ੍ਰੋਸੈਸਿਸ ਕਿਹੜੀਆਂ ਹੁੰਦੀਆਂ ਜਿਹੜੀ ਸਾਡੀ ਬੋਡੀ ਦੇ ਕੰਟਰੋਲ ਦੇ ਅੰਦਰ ਹੈ ਨਾ। ਸੋ ਅਸੀਂ ਥੋੜ੍ਹੀ ਦੇਰ ਵਾਸਤੇ ਕੰਟਰੋਲ ਕਰਕੇ ਰੱਖ ਸਕਦੇ ਹਾਂ ਵੈਸੇ ਯੂਰਿਨ ਨੂੰ, ਪਰ ਜੇਕਰ ਬਹੁਤ ਜ਼ਿਆਦਾ ਹਾਈ ਪ੍ਰੈਸ਼ਰ ਕ੍ਰੀਏਟ ਹੋ ਗਿਆ ਨਾ ਬਲੱਡ ਦੇ ਅੰਦਰ ਤਾਂ ਫਿਰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ, ਅਗਰ ਤੁਹਾਡੇ ਕੋਲ ਆ ਗਿਆ ਕਿਡਨੀ ਦੇ ਫੰਕਸ਼ਨਸ ਨੂੰ ਰੈਗੂਲੇਟ ਕਰਨਾ। ਸੋ ਫੰਕਸ਼ਨਿੰਗ ਜਿਹੜੀ ਹੈਗੀ ਕਿਡਨੀ ਦੀ ਐਫੀਸ਼ੀਐਂਟਲੀ ਮੋਨੀਟਰਡ ਕੀਤੀ ਜਾਂਦੀ ਹੈ, ਰੈਗੂਲੇਟ ਕੀਤੀ ਜਾਂਦੀ ਹੈ। ਹਾਰਮੋਨਲ ਫੀਡਬੈਕ ਮੈਕੈਨਿਜ਼ਮ ਹੈਗਾ ਹੈ ਨਾ, ਜਿੱਦਾਂ ਕਿ ਹਾਈਪੋਥੈਲਮਸ, ਪਿਚੂਟਰੀ, ਜੈਕਸਟਰਾ ਗਲੋਮੇਰੂਲਰ ਆਪਰੇਟਸ, ਇਸ ਤਰੀਕੇ ਦੇ ਨਾਲ ਕੁਛ ਐਕਸਟੈਂਟ ਤੱਕ ਹਾਰਟ ਵੀ ਕਿਡਨੀ ਦੇ ਫੰਕਸ਼ਨਸ ਨੂੰ ਰੈਗੂਲੇਟ ਕਰਦਾ। ਠੀਕ ਹੈ, ਸੋ ਪਰ ਬਹੁਤ ਸਾਰੇ ਫੀਡਬੈਕ ਮੈਕੈਨਿਜ਼ਮਸ ਹੈਗੇ ਆ, ਹੈ ਨਾ। ਗਲੈਂਡਸ ਹੈਲਪ ਕਰਦੇ ਪਏ ਹੈ ਨਾ, ਇਹ ਪਿਚੂਟਰੀ ਗਲੈਂਡ ਹੈ, ਇਹ ਹਾਈਪੋਥੈਲਮਸ ਬ੍ਰੇਨ ਦਾ ਪਾਰਟ ਹੈ, ਸਮਝਦੇ ਪਏ ਹੋ। ਠੀਕ, ਸੋ ਇੱਕ ਵਰਟੀਬ੍ਰੇਟ ਦੀ ਜਿਹੜੀ ਕਿਡਨੀ ਹੈਗੀ ਆ ਫਲੈਕਸੀਬਲ ਆਪਣੇ ਫੰਕਸ਼ਨਿੰਗ ਦੇ ਵਿੱਚ, ਹੈ ਨਾ। ਸੋ ਬਹੁਤ ਸਾਰੀ ਕੁਆਂਟਿਟੀ ਦੇ ਵਿੱਚ ਉਹ ਡਿਲਿਊਟ ਯੂਰਿਨ ਨੂੰ ਪਾਸ ਆਊਟ ਕਰਦੀ ਪਈ ਹੈ ਜਦੋਂ ਅਸੀਂ ਬੋਡੀ ਦੇ ਅੰਦਰ, ਬੋਡੀ ਟਿਸ਼ੂ ਦੇ ਅੰਦਰ ਅਬੰਡੈਂਟ ਵਾਟਰ ਦੀ ਅਮਾਊਂਟ ਪ੍ਰੈਜ਼ੈਂਟ ਹੈਗੀ ਆ। ਕੰਸਨਟ੍ਰੇਟਡ ਯੂਰਿਨ ਪਾਸ ਆਊਟ ਕਰਤਾ ਜਾਂਦਾ ਜਦੋਂ ਵਾਟਰ ਦੀ ਸਪਲਾਈ ਜਿਹੜੀ ਹੈ ਘੱਟ ਹੈ। ਇਸੇ ਤਰੀਕੇ ਦੇ ਨਾਲ ਰੈਗੂਲੇਸ਼ਨ ਆਫ ਵਾਟਰ ਸੋਲਿਊਟ ਦਾ ਕੰਟੈਂਟ ਬੋਡੀ ਫਲੂਇਡਸ ਦੇ ਅੰਦਰ ਕਿਡਨੀ ਦੇ ਦੁਆਰਾ ਮੇਨਟੇਨ ਕੀਤਾ ਜਾਂਦਾ, ਅਤੇ ਤੁਹਾਨੂੰ ਪਤਾ ਉਹਨੂੰ ਕੀ ਕਹਿੰਦੇ ਆ, ਓਸਮੋ ਰੈਗੂਲੇਸ਼ਨ, ਹੈ ਨਾ। ਸੋ ਵਾਟਰ ਅਤੇ ਸਾਲਟ ਦੀ ਕੰਸਨਟ੍ਰੇਸ਼ਨ ਨੂੰ ਬੋਡੀ ਦੇ ਅੰਦਰ ਮੇਨਟੇਨ ਕਰਕੇ ਰੱਖਣਾ, ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਓਸਮੋ ਰੈਗੂਲੇਸ਼ਨ ਕਹਿ ਦਿੰਦੇ ਹਾਂ, ਹੈ ਨਾ। ਸੋ ਹੁਣ ਬਲੱਡ ਦੇ ਵੋਲੀਅਮ ਦੇ ਵਿੱਚ ਜਿਹੜੀਆਂ ਚੇਂਜਿਸ ਆਈਆਂ, ਫਲੂਇਡ ਦੇ ਬੋਡੀ ਫਲੂਇਡ ਦੇ ਵੋਲੀਅਮ 'ਚ ਜਿਹੜੀਆਂ ਚੇਂਜਿਸ ਆਈਆਂ, ਠੀਕ ਹੈ, ਇਸ ਤਰੀਕੇ ਦੇ ਨਾਲ ਆਇਨਿਕ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਇਹ ਬੋਡੀ ਦੇ ਅੰਦਰ ਜਿਹੜੇ ਬਹੁਤ ਸਾਰੇ ਓਸਮੋ ਰਿਸੈਪਟਰਸ ਹੈ ਨਾ ਉਹਨਾਂ ਨੂੰ ਐਕਟੀਵੇਟ ਕਰ ਦਿੰਦਾ, ਹੈ ਨਾ। ਜੇਕਰ ਬੋਡੀ ਦੇ ਵਿੱਚ ਹੁੰਦੀ ਬਹੁਤ ਸਾਰੇ ਫਲੂਇਡ, ਜ਼ਿਆਦਾ ਹੀ ਮਾਤਰਾ ਦੇ ਵਿੱਚ ਫਲੂਇਡ ਦੀ ਲੋਸ ਹੋ ਚੁੱਕੀ ਹੈ, ਉਹਦੇ ਕਰਕੇ ਵੀ ਇਹ ਰਿਸੈਪਟਰਸ ਜਾਗ ਪੈਂਦੇ ਆ, ਕਿਉਂਕਿ ਜਿਹੜਾ ਹਾਈਪੋਥੈਲਮਸ ਹੈਗਾ ਉਹ ਰਿਲੀਜ਼ ਕਰਦਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਹੋਇਆ, ADH। ਹੁਣ ਤੁਸੀਂ ਦੇਖਣਾ ਕਿ ADH ਦੀ ਫੁੱਲ ਫੋਰਮ ਕੀ ਹੈ, ਮੈਂ ਤੁਹਾਨੂੰ ਕਰਵਾ ਚੁੱਕੀ ਹਾਂ। ਠੀਕ ਹੈ, ਸੋ ਜਦੋਂ ਯੂਰਿਨ ਫਾਰਮੇਸ਼ਨ ਹੋਈ ਸੀ ਉਦੋਂ ਕਰਵਾਇਆ ਤੁਹਾਨੂੰ, ਪੋਸਟੀਰੀਅਰ ਪਿਚੂਟਰੀ ਤੋਂ ADH ਸਕਰੀਟ ਕਰ ਦਿੱਤਾ ਜਾਂਦਾ ਇਹ ਵਾਲਾ ਹਾਰਮੋਨ। ADH ਜਿਹੜਾ ਹੈਗਾ ਵਾਟਰ ਰੀਅਬਜ਼ੋਰਪਸ਼ਨ ਕਰਵਾ ਦਿੰਦਾ ਟਿਊਬਿਊਲ ਦੇ ਪੋਸਟੀਰੀਅਰ ਪਾਰਟ ਤੋਂ, ਹੈ ਨਾ। ਸੋ ਇਹ ਜਦੋਂ ਬੋਡੀ ਦੇ ਫਲੂਇਡ ਦਾ ਵੋਲੀਅਮ, ਬੋਡੀ ਫਲੂਇਡ ਵੋਲੀਅਮ ਵੱਧ ਜਾਂਦਾ ਹੈਗਾ, ਠੀਕ ਹੈ, ਸੋ ਓਸਮੋ ਰਿਸੈਪਟਰਸ ਜਿਹੜੇ ਹੈਗੇ ਆ ਉਹ ਸਵਿਚ ਆਫ ਹੋ ਜਾਂਦੇ ਆ, ADH ਜਿਹੜਾ ਹੈ ਰਿਲੀਜ਼ ਹੋਣਾ ਬੰਦ ਹੋ ਜਾਂਦਾ, ਅਤੇ ਯੂਰਿਨ ਜਿਹੜੀ ਫਾਰਮੇਸ਼ਨ ਹੈਗੀ ਉਹ ਥੋੜ੍ਹੀ ਦਿਨ ਰੁਕ ਜਾਂਦੀ ਹੈ। ਠੀਕ ਹੈ ਜੀ, ਹੋਰ ਹੁਣ ਕਿਸ ਤਰੀਕੇ ਦੇ ਨਾਲ ਕਿਡਨੀ ਦਾ ਫੰਕਸ਼ਨ ਰੈਗੂਲੇਟ ਹੋ ਰਿਹਾ। ਸੋ ਸਭ ਤੋਂ ਪਹਿਲਾਂ ਵਾਟਰ, ਅਤੇ ਵਾਟਰ ਦੀਆਂ ਦੋ ਗੱਲਾਂ ਹੀ ਹੋ ਸਕਦੀਆਂ ਨਾ, ਮੇਨ ਵਾਟਰ ਹੈ ਨਾ, ਠੀਕ ਹੈ, ਜਿਹੜਾ ਕਿ ਕਿਡਨੀ ਦੇ ਫੰਕਸ਼ਨਸ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰੇਗਾ। ਵਾਟਰ ਜਾਂ ਤਾਂ ਐਕਸੈਸ ਦੇ ਵਿੱਚ ਵਾਟਰ ਹੋ ਸਕਦਾ, ਅਤੇ ਜਾਂ ਫਿਰ ਕੀ ਹੋ ਸਕਦੀ ਹੈ, ਵਾਟਰ ਦੀ ਸ਼ੋਰਟੇਜ ਹੋ ਸਕਦੀ ਹੈ। ਆ ਦੇਖੋ ਤੁਹਾਨੂੰ ਇੱਕ ਡਾਇਗਰਾਮੈਟਿਕਲੀ ਵੀ ਦੱਸੀ ਹੈ ਕਿਸ ਤਰੀਕੇ ਦੇ ਨਾਲ ਰੈਗੂਲੇਸ਼ਨ ਕੀਤੀ ਜਾ ਸਕਦੀ ਹੈ ਬੋਡੀ ਫਲੂਇਡ ਦੀ ਕੰਸਨਟ੍ਰੇਸ਼ਨ ਦੀ, ਹੈ ਨਾ। ਸੋ ਲੋਸ ਆਫ ਵਾਟਰ, ਠੀਕ ਹੈ, ਸੋ ਜੋ ਤੁਹਾਡੇ ਅੰਦਰ ਜਿਹੜਾ ਸੀਰਮਸ ਮੀਨਸ ਪਲਾਜ਼ਮਾ ਜਿਹੜਾ ਹੈਗਾ ਉਹ ਸੀਰਮ ਹੀ ਹੁੰਦਾ ਜਦੋਂ ਉਹਦੇ ਅੰਦਰ ਕਾਰਪਸਲਸ ਨਾ ਹੋਣ। ਦੇਖੋ ਨਾ, ਇੱਕ ਬਲੱਡ ਦਾ ਪਲਾਜ਼ਮਾ ਤਾਂ ਹੈ ਹੀ ਨਾ, ਕਿੰਨਾ ਇੰਪੋਰਟੈਂਟ ਰੋਲ ਪਲੇ ਕੀਤਾ ਉਹਨੇ ਯੂਰਿਨ ਫਾਰਮੇਸ਼ਨ ਦੇ ਅੰਦਰ। ਠੀਕ ਹੈ, ਸੋ ਸੀਰਮ ਜਿਹੜਾ ਹੈਗਾ ਸੋ ਉਹਦੀ ਟੋਨੀਸਿਟੀ ਵੱਧ ਜਾਂਦੀ ਹੈ, ਉਹਦੇ ਨਾਲ ਕੀ ਹੋ ਗਿਆ, ADH ਹਾਰਮੋਨ ਜਿਹੜਾ ਹੈਗਾ ਰਿਲੀਜ਼ ਹੋਣਾ ਸ਼ੁਰੂ ਹੋ ਗਿਆ, ਪਿਆਸ ਲੱਗਣੀ ਸ਼ੁਰੂ ਹੋ ਗਈ, ਹੈ ਨਾ। ਠੀਕ ਹੈ, ਸੋ ਜਦੋਂ ADH ਹਾਰਮੋਨ ਇਨਕਰੀਜ਼ ਕਰ ਗਿਆ, ਠੀਕ ਹੈ, ਸੋ ਵਾਟਰ ਦੀ ਟਿਊਬਿਊਲਸ ਦੇ ਵਿੱਚੋਂ ਦੀ ਵਾਟਰ ਦੀ ਰੀਅਬਜ਼ੋਰਪਸ਼ਨ ਵੱਧ ਗਈ। ਰੀਅਬਜ਼ੋਰਪਸ਼ਨ ਵੱਧ ਗਈ ਜਦੋਂ ਨੈਚੁਰਲੀ ਤੁਸੀਂ ਵਾਟਰ ਰੀਅਬਜ਼ੋਰਬ ਕਰ ਲਿਆ ਬੋਡੀ ਦੇ ਅੰਦਰ, ਸੋ ਬੋਡੀ ਦੇ ਫਲੂਇਡਸ ਡਿਲਿਊਟ ਹੋ ਗਏ। ਇਹਦੇ ਨਾਲ ADH ਜਿਹੜਾ ਹੈਗਾ ਹੁਣ ਉਹਦੀ ਪ੍ਰੋਡਕਸ਼ਨ ਰੁਕ ਗਈ ਹੈਗੀ ਆ, ਅਤੇ ਜਦੋਂ ਉਹਦੀ ਪ੍ਰੋਡਕਸ਼ਨ ਰੁਕ ਗਈ ਅਤੇ ਬੋਡੀ ਦੇ ਵਿੱਚ ਹੁੰਦੀ ਫਿਰ ਲੋਸ ਹੋ ਗਈ ਵਾਟਰ ਦੀ। ਜਦੋਂ ਤੁਹਾਨੂੰ ਪਿਆਸ ਲੱਗੀ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਤਾ, ਫਿਰ ਵੀ ਬੋਡੀ ਦੇ ਫਲੂਇਡ ਜਿਹੜੇ ਹੈਗੇ ਆ ਵਧੇ, ਹੈ ਨਾ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਫਿਰ ਪਿਆਸ ਜਿਹੜੀ ਹੈਗੀ ਉਹ ਰੁਕ ਗਈ, ਠੀਕ ਹੈ, ਅਤੇ ਯੂਰਿਨ ਪਾਸ ਆਊਟ ਕਰ ਦਿੱਤਾ ਤੁਸੀਂ। ਸੋ ਇੱਥੇ ਤੱਕ ਸੁਣੋ, ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ।